ਜਾਂਚ ਜਿਹੜੀ ਹੈ ਕਿੱਥੋਂ ਤੱਕ ਪਹੁੰਚੀ ਹੈ। SIT ਇੱਕ ਸਰਕਾਰ ਨੇ ਵੀ ਬਣਾਈ ਹੈ, ਇੱਕ ਸ਼੍ਰੋਮਣੀ ਕਮੇਟੀ ਨੇ ਵੀ ਬਣਾਈ ਹੈ, ਕੱਲ ਪੰਥਕ ਜਥੇਬੰਦੀਆਂ ਵੀ ਇੱਥੇ ਹੋ ਕੇ ਗਈਆਂ ਨੇ। ਅਪਡੇਟ ਕੀ ਹੈ ਸਭ ਤੋਂ ਪਹਿਲਾਂ? ਉਹ ਜਿਹੜੀ ਆ ਉਹ ਸਰਕਾਰ ਨੇ 2 ਦਿਨ ਦਾ ਸਮਾਂ ਮੰਗਿਆ ਵੀ ਅਸੀਂ 2 ਦਿਨ ਦੇ ਵਿੱਚ ਤੁਹਾਨੂੰ ਜਿਹੜਾ ਉਹਨਾਂ ਦੀ ਜਿਹੜੀ ਸਿੱਟ ਆ ਉਹਦਾ ਰਿਜ਼ਲਟ ਵੇਖਦੇ ਕੀ ਆਉਂਦਾ। ਬਾਕੀ ਅਸੀਂ ਆਪਣੇ ਤੌਰ ਤੇ ਸਿੱਟ ਨਹੀਂ, ਅਸੀਂ ਕਮੇਟੀ ਬਣਾਈ। ਉਹਨਾਂ ਨੇ ਸਾਡੇ ਨਾਲ ਇੱਕ ਕਮਿਟ ਕੀਤਾ ਵੀ ਅਸੀਂ ਕੋਈ ਪੱਖ ਨਹੀਂ ਛੱਡਾਂਗੇ, ਕੋਈ ਪਹਿਲੂ ਨਹੀਂ ਛੱਡਾਂਗੇ। ਇੱਕ ਸਾਜ਼ਿਸ਼ ਨਾਲ ਇਹ ਕੀਤਾ ਗਿਆ ਕਾਰਾ ਵਾ। ਕੋਈ ਅਜਿਹਾ ਚੀਜ਼ ਨਾ ਰਹਿ ਜਾਵੇ ਜਿਹਦੇ ਤੇ ਤੁਸੀਂ ਆਪਣੀ ਜਿਹੜੀ ਆ ਇਨਵੈਸਟੀਗੇਸ਼ਨ ਨਾ ਕਰੋ। ਕਿੰਨੇ ਟਿਊਟਰ ਕੀਤਾ, ਕਿੰਨੇ ਉਹਨੂੰ ਟ੍ਰੇਨਡ ਕੀਤਾ, ਕਿੰਨੇ ਉਹਨੂੰ ਭੇਜਿਆ, ਇਹ ਸਾਰਾ ਜਿਹੜਾ ਇਹ ਸਰਕਾਰ ਕੱਢ ਸਕਦੀ ਹੈ। ਸੇਵਾਦਾਰਾਂ ਦੀ ਬੜੀ ਵੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ, ਉਹਨੂੰ ਉਹਦੇ ਮਕਸਦ ਸਫਲ ਨਹੀਂ ਹੋਣ ਦਿੱਤਾ। ਸੇਵਾਦਾਰ ਦੇ ਸਿਰ ਤੇ ਉਹਨਾਂ ਦੇ ਹੱਥ ਰੱਖਿਆ, ਉਹਨਾਂ ਨੇ ਉਹਨੂੰ ਸਮੇਂ ਸਿਰ ਕਾਬੂ ਕਰ ਲਿਆ। ਤਾਂ ਸਿਆਲਕਾ ਸਾਹਿਬ ਸਰਕਾਰ ਦੀ ਗੱਲ ਹੈ, ਕਿਉਂਕਿ ਸਰਕਾਰ ਇਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਦੀ ਹੈ, ਤਾਂ ਅੱਜ ਚੌਥਾ ਦਿਨ ਹੈ। ਉਦੋਂ ਹੀ ਬੰਦਾ ਜਿਹੜਾ ਹੈਗਾ ਮੌਕੇ ਤੇ ਸੌਦਾ ਲਾਇਆ ਗਿਆ, ਸਿੱਖ ਰਵਾਇਤਾਂ ਅਨੁਸਾਰ ਲਾਇਆ ਗਿਆ ਹੈਗਾ। ਪੁਲਿਸ ਨੂੰ ਲਾਸ਼ ਜਿਹੜੀ ਸੌਂਪ ਦਿੱਤੀ ਗਈ ਸੀ, ਤਾਂ ਉਹਦੀ ਅਜੇ ਤੱਕ ਜਿਹੜੀ ਉਹ ਵੈਰੀਫਿਕੇਸ਼ਨ ਨਹੀਂ ਹੋਈ। ਇਸ ਵੇਲੇ ਮੈਂ ਸਮਝਦਾ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਤੇ ਇਲੈਕਸ਼ਨ ਦੇ ਵਿੱਚ ਹਰਿਮੰਦਰ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਰਾਜਸੀ ਪਾਰਟੀ ਦਾ ਨਾ ਵਿਰੋਧ ਕੀਤਾ ਜਾਂਦਾ, ਨਾ ਹਮਾਇਤ ਕੀਤੀ ਜਾਂਦੀ ਹੈ। ਗੁਰਮਤਿ ਦੇ ਆਸ਼ੇ ਦੇ ਅਨੁਸਾਰ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਜਿਹੜੀ SGPC ਦੀ ਜ਼ਿੰਮੇਵਾਰੀ ਹੈ ਉਹ ਜਿਹੜੀ ਆ ਉਹ ਮੈਂ ਸਮਝਦਾ ਗੁਰੂ ਸਾਹਿਬ ਨੇ ਸਿਰ ਤੇ ਹੱਥ ਰੱਖ ਕੇ ਸੇਵਾਦਾਰਾਂ ਕੋਲੋਂ ਸੇਵਾ ਲੈ ਲਈ। ਸਰਕਾਰ ਭਾਵੇਂ ਸੈਂਟਰ ਦੇ ਵਿੱਚ ਭਾਜਪਾ ਦੀ ਹੈ, ਬੜੇ ਵੱਡੇ ਸਿਸਟਮ ਨੇ, ਬੜੇ ਵੱਡੇ ਸੌਫਟਵੇਅਰ ਨੇ ਜਿਹੜੇ ਬੰਦੇ ਨੂੰ ਜਿਸ ਤਰ੍ਹਾਂ ਬਾਲ ਦੀ ਖੱਲ ਨਹੀਂ ਲਾਹ ਦਿੰਦੇ। ਜਦੋਂ ਇਨਵੈਸਟੀਗੇਸ਼ਨ ਕਰਨ ਤੇ ਆਉਂਦੀਆਂ ਨੇ ਇਨਵੈਸਟੀਗੇਸ਼ਨ ਏਜੰਸੀਆਂ, ਉਹ ਸਭ ਕੁਝ ਲੱਭ ਲੈਂਦੀਆਂ। ਸਰਕਾਰ ਇਸ ਗੱਲੋਂ ਅਜੇ ਮੈਂ ਸਮਝਦਾ ਵੀ ਅਵੇਸਲੀ ਆ, ਇਹਨੂੰ ਉਸ ਲੀਹ ਤੇ ਨਹੀਂ ਆਈ ਜਿਸ ਲੀਹ ਤੇ ਇਹ ਜਿੱਡੀ ਵੱਡੀ ਇਹ ਘਟਨਾ ਵਾਪਰੀ ਆ। ਸਰਕਾਰ ਦਾ ਏਜੰਸੀਆਂ ਜਿਹੜੀਆਂ ਕਹਿੰਦੀਆਂ ਵੀ ਕੰਧਾਂ ਬੋਲਦੀਆਂ ਸਾਡੇ ਅੱਗੇ, ਵਿਦੇਸ਼ਾਂ 'ਚ ਬੈਠਿਆਂ ਦਾ ਪਤਾ ਲੱਗ ਜਾਂਦਾ ਵੀ ਫਲਾਣਾ ਆਹ ਚੀਜ਼ ਭੇਜ ਰਿਹਾ, ਪਰ ਇਹਨਾਂ ਨੂੰ ਇੱਥੇ ਦੇਸ਼ 'ਚ ਨਹੀਂ ਪਤਾ ਲੱਗਦਾ ਵੀ ਕੌਣ ਬੇਅਦਬੀਆਂ ਕਰਨ ਦੀ ਸਾਜ਼ਿਸ਼ ਰਚਦੀ। ਇਹ ਮੇਬੀ ਇਹਦੇ ਪਿੱਛੇ ਉਹੀ ਸ਼ਕਤੀਆਂ ਹੋਣ ਜੀ, ਜਿਹੜੀਆਂ ਸ਼ਕਤੀਆਂ ਆਂਦੀਆਂ ਨੇ ਅਸੀਂ ਕੰਧਾਂ ਬੁਲਾ ਲੈਂਦੇ ਆ। ਮੰਨ ਲਓ ਹੁਣ ਇਸ ਮੁਲਕ ਦਾ ਕੋਈ ਆਗੂ ਹੈ, ਮੰਤਰੀ ਸੰਤਰੀ ਹੈ, ਉਹਦੇ ਤੇ ਕੋਈ ਹਮਲਾ ਕਰਨ ਦੀ ਕੋਸ਼ਿਸ਼ ਵੀ ਕਰੇ, ਕੋਈ ਵੱਟਾ ਵੀ ਮਾਰੇ ਨਾ, ਕੋਈ ਨਿਆਣਾ ਹੀ ਹਾਸੇ ਨਾਲ ਅੰਡਾ ਹੀ ਮਾਰ ਦੇਵੇ, ਤੇ ਦੁਨੀਆ ਭਰ ਦੀਆਂ ਧਾਰਾਵਾਂ ਜਿਹੜੀਆਂ ਲਾ ਕੇ ਤੇ ਉਹਦਾ ਸਾਰਾ ਬਾਲ ਬੱਚਾ ਜਿਹੜਾ ਜੀ ਸਾਡਾ ਪੋਟਾ ਜੋ ਆਪਾਂ ਲਾ ਕੇ ਉਹਨੂੰ ਪੀੜ ਦੇਣਗੇ। ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਹਾਜ਼ਰ ਨਾਜ਼ਰ ਪਾਤਸ਼ਾਹ ਮੰਨਦੇ ਹਾਂ। ਇਹਦੇ ਵਾਸਤੇ ਜਿਹੜੀ ਧਾਰਾ ਹੈਗੀ ਆ ਵੱਧ ਤੋਂ ਵੱਧ 295 ਇਹ ਜਿਹੜੀ ਮੈਂ ਤੁਹਾਨੂੰ ਐਂ ਕਹਿੰਦਾ ਅੱਗ ਵੇਖ ਟੇਢੀ ਬੰਨੀ ਆ, ਇੰਤੇ ਵੀ 295 ਇਹ ਆ, ਔਰ ਗੁਰੂ ਪਾਤਸ਼ਾਹ ਦੇ ਸਰੂਪ ਨੂੰ ਕੋਈ ਅਗਨ ਭੇਟ ਕਰ ਦੇਵੇ ਉਹਤੇ ਵੀ 295 ਇਹ ਆ। ਤਾਂ ਭਾਰਤੀ ਕਾਨੂੰਨ ਦੇ ਵਿੱਚ ਐਡੀ ਢਿੱਲ ਕਿਉਂ ਆ ਇਹ ਸਿੱਖਾਂ ਵਾਸਤੇ? ਕਿ ਸਰਕਾਰ ਨੇ ਰਾਤ ਜਿਹੜਾ ਡਿਪਟੀ CM ਰੰਧਾਵਾ ਨੇ ਪੱਤਰ ਵੀ ਲਿਖਿਆ ਹੈਗਾ, ਉਦੋਂ ਇਹਨਾਂ ਨੇ 2018 ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਸੀ, ਉਦੋਂ ਬਾਅਦ ਇਹ ਵੀ ਭੁੱਲ ਗਏ ਆ। ਤਾਂ ਉਹਨੂੰ ਤੁਸੀਂ ਕਿਵੇਂ ਲੈਂਦੇ ਕਿ ਕਾਨੂੰਨ 'ਚ ਵੀ ਹੁਣ ਸਖਤੀ ਅਜੇ ਵੀ ਨਾ ਹੋਈ, ਤੇ ਫਿਰ ਕਦੋਂ ਹੋਊਗੀ? ਜਿਹੜਾ ਸੰਵਿਧਾਨ ਹੈ ਨਾ ਹਿੰਦੁਸਤਾਨ ਦਾ, ਉਹਦੇ ਮੁਤਾਬਕ ਕਾਨੂੰਨ ਬਣਾਉਣ ਦੀ ਇੱਕ ਮਰਜ਼ਾਦਾ। ਜਦੋਂ ਕਾਨੂੰਨ ਪਾਰਲੀਮੈਂਟ 'ਚ ਆਉਂਦਾ, ਐਕਟ ਆਉਂਦਾ, ਬਿੱਲ ਆਉਂਦਾ, ਉਹ ਤੋਂ ਬਾਅਦ ਉਹ ਇੱਥੋਂ ਪਾਸ ਹੁੰਦਾ ਤੇ ਰਾਜ ਸਭਾ 'ਚ ਆਉਂਦਾ, ਫਿਰ ਉਹ ਰਾਸ਼ਟਰਪਤੀ ਕੋਲ ਜਾਂਦਾ। ਰਾਸ਼ਟਰਪਤੀ ਉਹਦੇ 'ਤੇ ਸਮਝਦਾ ਵੀ ਨਹੀਂ ਇਹ ਕਾਨੂੰਨ ਲੋਕ ਹਿੱਤ 'ਚ ਨਹੀਂ, ਤੇ ਉਹ ਆਪਣੀ ਮਨਜ਼ੂਰੀ ਨਹੀਂ ਦਿੰਦਾ, ਵਾਪਸ ਹੋ ਜਾਂਦਾ। ਉਹ ਦੁਬਾਰਾ ਜੇ ਉਹਨੂੰ ਸਰਕਾਰ ਲਿਆਉਂਦੀ ਆ, ਦੁਬਾਰਾ ਉਹ ਪਾਸ ਹੋ ਕੇ ਜਾਂਦਾ, ਰਾਸ਼ਟਰਪਤੀ ਨੂੰ ਉਹਦੀ ਮਨਜ਼ੂਰੀ ਦੇਣੀ ਪੈਂਦੀ ਹੈ। ਤੇ ਮੈਂ ਸਮਝਦਾ ਇਹ 10 ਸਾਲ ਦੀ ਕੈਦ ਕੂਦ ਨਾਲ ਕੋਈ ਮਸਲਾ ਨਹੀਂ ਹੁੰਦਾ ਜੀ। ਮੈਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਨਿਰਵੈਰ ਨੇ ਗੁਰੂ ਸਾਹਿਬ, ਤੇ ਜਦੋਂ ਅਜਿਹੀ ਵਿਲੱਖਣ ਜਿਹੜੀ ਆ ਗੱਲ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਖੰਡਿਤ ਕਰਨ ਦੀ ਯਤਨ ਕਰਦਾ, ਤੇ ਉਹਦੇ ਵਾਸਤੇ ਵੇਖੋ ਜੀ ਉਹ ਸਜ਼ਾ ਵੀ ਵਿਲੱਖਣ ਹੋਣੀ ਚਾਹੀਦੀ ਆ। ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਦੀ ਸਰਕਾਰ, ਪੰਜਾਬ ਪੁਲਿਸ ਵੱਲੋਂ ਬਹੁਤ ਸਾਰੇ ਦਾਅਵੇ ਜਿਹੜੇ ਹੈਗੇ ਕੀਤੇ ਗਏ ਨੇ। ਤਾਂ ਸਿੱਖ ਸੰਗਤ, ਵਿਸ਼ਵ ਭਰ ਦੀ ਸਿੱਖ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਰੋਸ ਵੀ ਹੈ ਔਰ ਰੋਹ ਵੀ ਹੈ, ਔਰ ਰੋਹ ਦਾ ਸ਼ਿਕਾਰ ਹੀ ਜਿਹੜਾ ਉਸ ਬੇਅਦਬੀ ਕਰਤਾ ਗੁਰੂ ਦੁਖੀ ਨੂੰ ਹੋਣਾ ਪਿਆ। ਉਹਨੂੰ ਸਿੱਖ ਰਵਾਇਤਾਂ ਅਨੁਸਾਰ ਮੌਕੇ 'ਤੇ ਹੀ ਜਿਹੜਾ ਸੌਦਾ ਉਹ ਲਾਇਆ ਗਿਆ, ਔਰ ਇਸ ਕੰਮ ਦੀ ਸ਼ਲਾਘਾ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ, ਮੌਕੇ 'ਤੇ ਮੌਜੂਦ ਸਿੰਘ ਸਾਹਿਬ ਜੀ, ਸੇਵਾਦਾਰਾਂ ਦੀ ਜਿਹੜੀ ਵਿਸ਼ਵ ਭਰ ਦੀ ਸਿੱਖ ਸੰਗਤ ਕਰ ਰਹੀ ਹੈ। ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਐਡਵੋਕੇਟ ਸਰਦਾਰ ਭਗਵੰਤ ਸਿੰਘ ਸਿਆਲਕਾ ਮੌਜੂਦ ਹੈ, ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿਆਲਕਾ ਸਾਹਿਬ, ਸਭ ਤੋਂ ਪਹਿਲਾਂ ਅਪਡੇਟ ਜਿਹੜੀ ਅੱਜ ਕੀ ਹੈਗੀ ਆ? ਜਿਹੜਾ ਪਛਤਾਵੇ ਵਜੋਂ ਗੁਰੂ ਪਾਤਸ਼ਾਹ ਦੇ ਅਖੰਡ ਪਾਠ ਸਾਹਿਬ ਰੱਖੇ ਗਏ ਸੀ, ਭੋਗ ਪਾਏ ਗਏ ਨੇ, ਔਰ ਜਾਂਚ ਜਿਹੜੀ ਹੈ ਕਿੱਥੋਂ ਤੱਕ ਪਹੁੰਚੀ ਹੈ? SIT ਇੱਕ ਸਰਕਾਰ ਨੇ ਵੀ ਬਣਾਈ ਹੈ, ਇੱਕ ਸ਼੍ਰੋਮਣੀ ਕਮੇਟੀ ਨੇ ਵੀ ਬਣਾਈ ਹੈ, ਕੱਲ ਪੰਥਕ ਜਥੇਬੰਦੀਆਂ ਵੀ ਇੱਥੇ ਹੋ ਕੇ ਗਈਆਂ ਨੇ। ਅਪਡੇਟ ਕੀ ਹੈ ਸਭ ਤੋਂ ਪਹਿਲਾਂ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਖੋ ਅਪਡੇਟ ਜਿਹੜੀ ਆ ਨਾ, ਸਰਕਾਰ ਨੇ 2 ਦਿਨ ਦਾ ਟਾਈਮ ਲਿਆ ਸੀ SIT ਦੇ ਵਿੱਚ, ਤੇ ਅਸੀਂ ਬੜੀਆਂ ਚੀਜ਼ਾਂ ਸਰਕਾਰ ਨੂੰ ਸਪਸ਼ਟ ਕੀਤੀਆਂ। ਤੁਸੀਂ ਕਿਸ ਲਾਈਨ, ਉਹਨਾਂ ਆਪਣੀ ਲਾਈਨ ਲੈਣੀ ਆ, ਪਰ ਅਸੀਂ ਕਿਸ ਲਾਈਨ ਤੇ ਚਾਹੁੰਦੇ ਸੀ ਉਹਨਾਂ ਨੂੰ ਸਪਸ਼ਟ ਕੀਤਾ ਸੀ ਭਈ ਕੋਈ ਅਜਿਹਾ ਚੀਜ਼ ਨਾ ਰਹਿ ਜਾਵੇ ਜਿਹਦੇ ਤੇ ਤੁਸੀਂ ਆਪਣੀ ਜਿਹੜੀ ਆ ਇਨਵੈਸਟੀਗੇਸ਼ਨ ਨਾ ਕਰੋ। ਉਹਨਾਂ ਨੇ ਸਾਡੇ ਨਾਲ ਇੱਕ ਕਮਿਟ ਕੀਤਾ ਵੀ ਅਸੀਂ ਕੋਈ ਪੱਖ ਨਹੀਂ ਛੱਡਾਂਗੇ, ਕੋਈ ਪਹਿਲੂ ਨਹੀਂ ਛੱਡਾਂਗੇ, ਕਿਉਂਕਿ ਬੜਾ ਵੱਡਾ ਇਹਨੂੰ ਇੱਕ ਜਿਸ ਤਰ੍ਹਾਂ ਕਹਿ ਸਕਦੇ ਸੋਚੀ ਸਮਝੀ ਇੱਕ ਸਾਜ਼ਿਸ਼ ਨਾਲ ਇਹ ਕੀਤਾ ਗਿਆ ਕਾਰਾ ਵਾ। ਉਹ ਵਿਅਕਤੀ ਜਿਹੜਾ ਉਹਨੂੰ ਕਿੰਨੇ ਟਿਊਟਰ ਕੀਤਾ, ਕਿੰਨੇ ਉਹਨੂੰ ਟ੍ਰੇਨਡ ਕੀਤਾ, ਕਿੰਨੇ ਉਹਨੂੰ ਭੇਜਿਆ, ਇਹ ਸਾਰਾ ਜਿਹੜਾ ਇਹ ਸਰਕਾਰ ਕੱਢ ਸਕਦੀ ਹੈ। ਕਿਉਂਕਿ ਅਸੀਂ ਤੇ ਜਿਹੜੀ ਆ ਸਾਡੇ ਸੇਵਾਦਾਰਾਂ ਨੇ ਜਦੋਂ ਉਹ ਐਂਟਰ ਹੁੰਦਾ ਤੇ ਉਹਦੀਆਂ ਸ਼ੱਕੀ ਹਰਕਤਾਂ ਵੇਖ ਕੇ 2 ਵਾਰ ਉਹਨੂੰ ਜਿਹੜਾ ਉਹ ਚੈੱਕ ਵੀ ਕੀਤਾ, ਪਰ ਕਿਉਂਕਿ ਇਹ ਦਰ ਘਰ ਸਾਰਿਆਂ ਦਾ ਸਾਂਝਾ, ਇੱਥੇ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ, ਮੱਥਾ ਟੇਕਣ ਨਹੀਂ ਜਾਣ ਦੇਣਾ। ਪਰ ਉਹ ਬੰਦਾ ਜਿਹੜਾ ਉਹ ਸਵੇਰੇ 8:30 ਵਜੇ ਇੱਥੇ ਐਂਟਰ ਕਰ ਜਾਂਦਾ, ਉਹਦੇ ਤੋਂ ਬਾਅਦ ਉਹ ਮੁੜ ਕੇ ਲਗਾਤਾਰ ਅੰਦਰ ਫੇਰੇ ਮਾਰਦਾ ਵਾ, ਬਾਹਰ ਆਉਂਦਾ, ਅੰਦਰ ਫੇਰੇ ਮਾਰਦਾ, ਬਾਹਰ ਆਉਂਦਾ। ਤੇ ਉਹ ਸਮਾਂ ਚੁਣਦਾ ਜਦੋਂ ਸਾਰੀ ਸੰਗਤ ਸਿੰਘ ਸਾਹਿਬਾਨ ਬੜੇ ਜਿਹੜੇ ਆ ਉਹ ਸ਼ਾਂਤ ਚਿੱਤ ਹੋ ਕੇ ਇੱਕ ਮਨ ਹੋ ਕੇ ਰਹਿ ਰਾਸ ਦਾ ਪਾਠ ਕਰ ਰਹੇ ਹੁੰਦੇ ਆ। ਸੰਗਤ ਜਿਹੜੀ ਆ ਉਸ ਵੇਲੇ ਇਕਾਂਤ ਹੋ ਕੇ ਮਨ ਲਗਾ ਕੇ ਪਾਠ ਸੁਣ ਰਹੀ ਹੁੰਦੀ ਆ। ਸੇਵਾਦਾਰ ਵੀ ਉਸ ਵੇਲੇ ਬੜੇ ਇਕਾਂਤ ਹੋ ਕੇ ਬੈਠੇ ਹੁੰਦੇ ਨੇ। ਉਸ ਸਮੇਂ ਉਸ ਬੰਦੇ ਨੇ ਇਹ ਘਟਨਾ ਕੀਤੀ ਹੈ, ਪਰ ਫਿਰ ਵੀ ਮੈਂ ਸਮਝਦਾ ਸੇਵਾਦਾਰਾਂ ਦੀ ਬੜੀ ਵੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ। ਉਹਨੂੰ ਉਹਦੇ ਮਕਸਦ 'ਚ ਸਫਲ ਨਹੀਂ ਹੋਣ ਦਿੱਤਾ। ਸੇਵਾਦਾਰ ਦੇ ਸਿਰ ਤੇ ਉਹਨਾਂ ਦੇ ਹੱਥ ਰੱਖਿਆ, ਉਹਨਾਂ ਨੇ ਉਹਨੂੰ ਸਮੇਂ ਸਿਰ ਕਾਬੂ ਕਰ ਲਿਆ। ਉਹ ਜਿਹੜੀ ਆ ਉਹ ਸਰਕਾਰ ਨੇ 2 ਦਿਨ ਦਾ ਸਮਾਂ ਮੰਗਿਆ ਸੀ ਵੀ ਅਸੀਂ 2 ਦਿਨ ਦੇ ਵਿੱਚ ਤੁਹਾਨੂੰ ਜਿਹੜਾ ਉਹ ਉਹਨਾਂ ਦੀ ਜਿਹੜੀ ਸਿੱਟ ਆ ਉਹਦਾ ਰਿਜ਼ਲਟ ਵੇਖਦੇ ਕੀ ਆਉਂਦਾ। ਬਾਕੀ ਅਸੀਂ ਆਪਣੇ ਤੌਰ ਤੇ ਸਿੱਟ ਨਹੀਂ, ਅਸੀਂ ਕਮੇਟੀ ਬਣਾਈ ਆ। ਕਮੇਟੀ ਦੇ ਵਿੱਚ ਅਸੀਂ ਸਾਰੇ ਪੱਖ ਜਿਹੜੇ ਆ ਸਾਰੇ ਪਹਿਲੂਆਂ 'ਤੇ ਵਿਚਾਰ ਕਰਾਂਗੇ। ਧੰਨਵਾਦੀ ਹਾਂ ਸਿੱਖ ਸੰਗਤ ਦੇ ਜਿਨ੍ਹਾਂ ਨੇ ਜਿਹੜਾ ਵਾ ਉਸ ਵੇਲੇ ਸਹਿਯੋਗ ਕੀਤਾ, ਨਾਲ ਸੇਵਾਦਾਰਾਂ ਦੇ ਨਾਲ ਦੀ ਨਾਲ ਸਮੁੱਚੀਆਂ ਗੁਰੂ ਪੰਥ ਨਾਲ ਪਿਆਰ ਰੱਖਣ ਵਾਲੀਆਂ ਜਿਹੜੀਆਂ ਰੂਹਾਂ ਨੇ ਉਹਨਾਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਉਸ ਦੁਸ਼ਟ ਦਾ, ਪਾਪੀ ਦੀ ਨੀਚ ਹਰਕਤ ਦਾ ਜਿਹੜਾ ਉਹਨਾਂ ਨੇ ਉਹਦੀ ਜਿਹੜੀ ਆ ਉਹ ਵਿਰੋਧਤਾ ਕੀਤੀ ਆ, ਉਹਦੀ ਨਿੰਦਾ ਕੀਤੀ ਹੈ। ਤਾਂ ਸਿਆਲਕਾ ਸਾਹਿਬ ਸਰਕਾਰ ਦੀ ਗੱਲ ਹੈ, ਕਿਉਂਕਿ ਸਰਕਾਰ ਇਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਦੀ ਹੈ ਔਰ ਪੁਲਿਸ ਦੇ ਕੋਲ ਸਾਰਾ ਲਾਅ ਐਂਡ ਆਰਡਰ ਦਾ ਹੁੰਦਾ ਵੀ ਜੇ ਕਿਤੇ ਝਗੜਾ ਹੋ ਜਾਂਦਾ, ਕੋਈ ਟਕਰਾਓ ਹੋ ਜਾਂਦਾ ਤਾਂ ਉਹਨੂੰ ਉਹ ਜਿਹੜਾ ਕਿ ਕਾਨੂੰਨੀ ਪ੍ਰਕਿਰਿਆ ਨਾਲ ਦੇਖੇ। ਤਾਂ ਅੱਜ ਚੌਥਾ ਦਿਨ ਹੈ, ਉਦੋਂ ਹੀ ਬੰਦਾ ਜਿਹੜਾ ਹੈਗਾ ਮੌਕੇ ਤੇ ਸੌਦਾ ਲਾਇਆ ਗਿਆ, ਸਿੱਖ ਰਵਾਇਤਾਂ ਅਨੁਸਾਰ ਲਾਇਆ ਗਿਆ ਹੈਗਾ। ਪੁਲਿਸ ਨੂੰ ਲਾਸ਼ ਜਿਹੜੀ ਸੌਂਪ ਦਿੱਤੀ ਗਈ ਸੀ ਤਾਂ ਉਹਦੀ ਅਜੇ ਤੱਕ ਜਿਹੜੀ ਉਹ ਵੈਰੀਫਿਕੇਸ਼ਨ ਨਹੀਂ ਹੋਈ, ਕਿਉਂਕਿ ਆਧਾਰ ਕਾਰਡ ਤੇ ਬੱਚੇ ਛੋਟੇ ਪੈਦਾ ਹੁੰਦੇ ਆ, ਉਹਨਾਂ ਦੀ ਵੀ ਜਿਹੜੀ ਆਇਡੈਂਟੀ ਕਾਰਡ ਬਣਦੇ ਆ, ਤਾਂ ਉਸ ਬੰਦੇ ਦਾ ਅਜੇ ਤੱਕ ਇਹ ਪਤਾ ਹੀ ਨਾ ਲੱਗਣਾ ਵੀ ਉਹ ਕੌਣ ਹੈ, ਕਿਹੜੇ ਰਾਜ 'ਚੋਂ ਆਇਆ, ਕਿਹੜੀ ਕੌਮ ਜਾਤ, ਕਿੱਥੇ, ਕਿੰਨੇ ਭੇਜਿਆ। ਚਲੋ ਤੇ ਬਾਅਦ ਦੀ ਗੱਲ ਆ ਵੀ ਕਿੰਨੇ ਕੋਈ ਪੈਸੇ ਦੇ ਕੇ ਭੇਜਿਆ, ਕਿਸ ਏਜੰਸੀ ਨੇ ਭੇਜਿਆ, ਕਿਸ ਸਿੱਖ ਵਿਰੋਧੀ ਜਿਹੜਾ ਪਾਰਟੀ ਨੇ ਭੇਜਿਆ, ਕਿਸੇ ਨੇ ਵੀ, ਪਰ ਕਮ ਸੇ ਕਮ ਉਹ ਬੰਦੇ ਦਾ ਤੇ ਥੋੜ੍ਹਾ ਪਤਾ ਲੱਗੇ ਵੀ ਉਹਦੇ ਪਿਓ ਦਾ ਨਾਂ ਕੀ ਆ, ਕਿਹੜੇ ਪਿੰਡ 'ਚ ਆਉਂਦਾ, ਪਿਛੋਕੜ ਕੀ ਰਿਹਾ, ਕਿਸੇ ਡੇਰੇ ਦਾ ਬੰਦਾ ਹੈ, ਕਿਸੇ ਅਜਿਹੀ ਏਜੰਸੀ ਦਾ ਬੰਦਾ, ਉਹਦਾ ਨਾਂ ਪਤਾ ਲੱਗਣਾ। ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ, ਜਿਹੜੀ SGPC ਦੀ ਜ਼ਿੰਮੇਵਾਰੀ ਆ ਉਹ ਜਿਹੜੀ ਆ ਉਹ ਮੈਂ ਸਮਝਦਾ ਗੁਰੂ ਸਾਹਿਬ ਨੇ ਸਿਰ ਤੇ ਹੱਥ ਰੱਖ ਕੇ ਸੇਵਾਦਾਰਾਂ ਕੋਲੋਂ ਸੇਵਾ ਲੈ ਲਈ। ਰਹੀ ਗੱਲ ਜਿਵੇਂ ਆਪ ਜੀ ਨੇ ਕਿਹਾ ਕਿ ਪਛਾਤਾਪ ਦਾ ਜਿਸ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ, ਗੁਰੂ ਸਾਹਿਬ ਦੀ ਸਤਿਕਾਰ ਦੇ ਵਿੱਚ ਜੇ ਕੋਈ ਉਲੰਘਣਾ ਹੋ ਜਾਂਦੀ ਆ, ਕੋਈ ਭੁੱਲ ਚੁੱਕ ਹੋ ਜਾਂਦੀ ਆ, ਤੇ ਫਿਰ ਉਹ ਜਿਹੜਾ ਉਹਦਾ ਸਿੱਖ ਦਾ, ਗੁਰਸਿੱਖ ਦਾ, ਮਾਈ ਭਾਈ ਦਾ, ਜਥੇਬੰਦੀ ਦਾ ਉਹ ਫਰਜ਼ ਬਣਦਾ ਵੀ ਉਹਦੇ ਸੰਬੰਧ ਵਿੱਚ ਗੁਰੂ ਸਾਹਿਬ ਜੀ ਕੋਲੋਂ ਉਹਦੀ ਉਸ ਅਵਿਗਿਆ ਦੀ, ਉਸ ਘਟਨਾ ਦੀ ਜਿਹੜੀ ਆ ਉਹ ਖਿਮਾ ਜਾਚਨਾ ਕਰੇ। ਉਹਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਆਰੰਭ ਕਰਵਾਏ ਸੀ, ਅੱਜ ਭੋਗ ਪਏ ਨੇ। ਭੋਗ ਪੈਣ ਦੇ ਸਮੇਂ ਜਿੱਥੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਨਾ, ਇਹ ਸਿੱਖਾਂ ਦੀ ਬੜੀ ਵੱਡੀ ਸਰਮੌਰ ਸੰਸਥਾ, ਧਾਰਮਿਕ ਨੁਮਾਇੰਦਗੀ ਕਰਦੀ ਆ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਵੀ ਸਿੱਖਾਂ ਦੀ ਉਸ ਵੇਲੇ ਦੇ ਹਾਲਾਤਾਂ 'ਚੋਂ ਉਪਜੀ ਸੰਸਥਾ, ਉਪਜੀ ਜਥੇਬੰਦੀ ਆ। ਜਦੋਂ ਅੰਗਰੇਜ਼ ਨੇ ਬੜਾ ਵੱਡਾ ਯਤਨ ਕੀਤਾ ਸੀ ਮੈਂ ਧਰਮ ਤੋਂ ਤੋੜ ਦਿਆਂ, ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਿੱਧੀ ਦਖਲਅੰਦਾਜ਼ੀ ਕਰਤੀ,
ਉਦੋਂ ਜਿੱਥੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਹੱਥ 'ਚ ਲਿਆ ਗਿਆ ਉਸ ਵੇਲੇ ਦੇ ਸਿੱਖਾਂ ਵੱਲੋਂ, ਨਾਲ ਦੀ ਨਾਲ ਉਥੋਂ ਉਸ ਵੇਲੇ ਸਿੱਖਾਂ ਨੇ ਇਹ ਵੀ ਇੱਕ ਨਿਸ਼ਚਾ ਬਣਾਇਆ ਸੀ ਕਿ ਸਾਨੂੰ ਇੱਕ ਆਪਣੀ ਰਾਸ਼ਟਰੀ ਜਥੇਬੰਦੀ ਵੀ ਬਣਾਉਣੀ ਚਾਹੀਦੀ ਹੈ, ਬੜੀਆਂ ਕੁਰਬਾਨੀਆਂ ਤੋਂ ਬਾਅਦ ਹੋਣੀ ਚਾਹੀਦੀ ਹੈ। ਇਸ ਵੇਲੇ ਮੈਂ ਸਮਝਦਾ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਅਤੇ ਇਲੈਕਸ਼ਨ ਦੇ ਵਿੱਚ ਹਰਿਮੰਦਰ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਰਾਜਸੀ ਪਾਰਟੀ ਦਾ ਨਾ ਵਿਰੋਧ ਕੀਤਾ ਜਾਂਦਾ, ਨਾ ਹਮਾਇਤ ਕੀਤੀ ਜਾਂਦੀ ਹੈ ਗੁਰਮਤਿ ਦੇ ਆਸ਼ੇ ਦੇ ਅਨੁਸਾਰ। ਅਤੇ ਭਾਵੇਂ ਸਰਕਾਰ ਕਾਂਗਰਸ ਦੀ ਹੈ, ਸਰਕਾਰ ਦਾ ਫਰਜ਼ ਨਹੀਂ ਬਣਦਾ, ਸਰਕਾਰ ਦਾ ਫਰਜ਼ ਬਣਦਾ ਵੀ ਉਹਦੀ ਪੜਤਾਲ ਕਰੇ ਕਿੱਥੋਂ ਆਇਆ, ਕੌਣ ਸੀ। ਸਰਕਾਰ ਮੰਨ ਲਓ ਅਕਾਲੀ ਦਲ ਦੀ ਹੁੰਦੀ ਤਾਂ ਵੀ ਫਰਜ਼ ਬਣਦਾ। ਹਾਂਜੀ, ਇਸ ਕਰਕੇ ਸਰਕਾਰ ਭਾਵੇਂ ਸੈਂਟਰ ਦੇ ਵਿੱਚ ਭਾਜਪਾ ਦੀ ਆ, ਬੜੇ ਬੜੇ ਵੱਡੇ ਸਿਸਟਮ ਨੇ, ਬੜੇ ਬੜੇ ਵੱਡੇ ਸੌਫਟਵੇਅਰ ਨੇ ਜਿਹੜੇ ਬੰਦੇ ਨੂੰ ਜਿਸ ਤਰ੍ਹਾਂ ਵਾਲ ਦੀ ਖੱਲ ਨਹੀਂ ਲਾਹ ਦਿੰਦੇ, ਜਦੋਂ ਇਨਵੈਸਟੀਗੇਸ਼ਨ ਕਰਨ 'ਤੇ ਆਉਂਦੀਆਂ ਨੇ ਇਨਵੈਸਟੀਗੇਸ਼ਨ ਏਜੰਸੀਆਂ, ਉਹ ਸਭ ਕੁਝ ਲੱਭ ਲੈਂਦੀਆਂ। ਇਸ ਕਰਕੇ ਸਰਕਾਰ ਦਾ ਫਰਜ਼ ਬਣਦਾ ਵੀ ਇਹ ਜਿਹੜਾ ਇਸ ਚਾਰਜਸ ਨੂੰ, ਇਸ ਬੰਦੇ ਦਾ ਵੇਅਰ ਅਬਾਊਟਸ ਦਾ ਪਤਾ ਲਿਆ ਜਾਵੇ, ਇਸ ਸਾਜ਼ਿਸ਼ ਨੂੰ ਨੰਗਿਆ ਕੀਤਾ ਜਾਵੇ। ਸਰਕਾਰ ਇਸ ਗੱਲੋਂ ਅਜੇ ਮੈਂ ਸਮਝਦਾ ਵੀ ਅਵਿਸਲੀ ਆ, ਇਹਨੂੰ ਉਸ ਲੀਹ 'ਤੇ ਨਹੀਂ ਆਈ ਜਿਸ ਲੀਹ 'ਤੇ ਇਹ ਜਿੱਡੀ ਵੱਡੀ ਇਹ ਘਟਨਾ ਵਾਪਰੀ ਆ। ਇਹ ਇਕੱਲੀ ਘਟਨਾ ਨਹੀਂ ਗੀ, ਕਿਉਂਕਿ ਇੱਕ ਸਿਸਟਮੈਟਿਕ ਢੰਗ ਨਾਲ ਚੱਲ ਰਹੀ ਹੈ ਨਾ। ਪਹਿਲਾਂ ਜੌਲੀਆਂ ਪਿੰਡ ਦੇ ਵਿੱਚ ਇਹ ਘਟਨਾ ਹੋਣੀ ਜਿੱਥੇ ਔਰਤ ਨੇ ਆਣ ਕੇ ਕੀਤਾ ਅਤੇ ਉਹ ਆਖ ਦਿੱਤਾ ਜੀ ਇਹ ਪਾਗਲ ਆ। ਉਹਦੇ ਤੋਂ ਬਾਅਦਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਸਤੇ ਘਟਨਾ ਉੱਥੇ ਸਾਹਿਬ ਵਿਖੇ ਘਟਨਾ ਵਾਪਰੀ। ਉਸ ਬੰਦੇ ਦਾ ਗਾਂ ਕੁਝ ਨਹੀਂ ਪਤਾ ਲਿਆ ਗਿਆ ਜੀ, ਉਹ ਜੀ ਲੁਧਿਆਣੇ ਦਾ ਰਹਿਣ ਵਾਲਾ, ਉਹਦਾ ਭਰਾ ਬਾਹਰ ਆ। ਉਪਰੰਤ ਸਿੰਘੂ ਬਾਰਡਰ ਬੰਦਾ ਭੇਜਿਆ ਗਿਆ, ਉਹ ਬੋਲਿਆ ਉੱਥੇ ਮੀਡੀਆ ਸਭ ਕੁਝ ਸਾਹਮਣੇ ਆਇਆ। ਹਾਂਜੀ, ਵੀ ਸਾਨੂੰ ਭੇਜਿਆ। ਅਤੇ ਉਹਦੀ ਭੈਣ ਨੂੰ ਜਦੋਂ ਆਣ ਕੇ ਮੀਡੀਆ ਵਾਲੇ ਮਿਲੇ, ਉਹਦੀ ਭੈਣ ਨੇ ਵੀ ਕਿਹਾ ਵੀ ਇਹਨੂੰ ਕਿਸੇ ਸੰਧੂ ਦਾ ਫੋਨ ਆ। ਸੰਧੂ 'ਤੇ ਕੋਈ ਕੋਡ ਨੇਮ ਹੋ ਸਕਦਾ, ਕੋਈ ਕੋਡ ਨੇਮ ਹੋ ਸਕਦਾ, ਕੋਈ ਜ਼ਰੂਰੀ ਨਹੀਂ ਵੀ ਸੰਧੂ ਹੀ ਹੋਵੇ, ਕਿਸੇ ਬੰਦੇ ਨਾਮ ਹੀ। ਬਟ ਉਹ ਅੱਜ ਤੱਕ ਕੋਈ ਪਤਾ ਨਹੀਂ ਲੱਗਾ ਵੀ ਉਹਦੇ ਬਾਰੇ ਸਰਕਾਰ ਦੀ ਇਨਵੈਸਟੀਗੇਸ਼ਨ ਕੀ ਆ। ਉਹ ਕਿਉਂਕਿ ਉਹਦੀ ਭੈਣ ਦੇ ਫੋਨ ਤੋਂ ਤਾਂ ਨੰਬਰ ਟਰੇਸ ਹੋਣੇ ਆ ਨਾ। ਇਹਦੇ ਤੋਂ ਬਾਅਦਾਂ ਵੇਖੋ ਅਗਲੀ ਘਟਨਾ ਵਾਪਰਦੀ ਆ, ਗੁਟਕਾ ਸਾਹਿਬ ਸਰੋਵਰ ਦੇ ਵਿੱਚ ਸੁੱਟਿਆ ਜਾਂਦਾ ਜੀ, ਬੰਦਾ ਫੜਿਆ ਜਾਂਦਾ। ਇੱਥੇ ਹੀ ਫੜਿਆ ਨਾ, ਹਰਿਮੰਦਰ ਸਾਹਿਬ ਹੀ ਫੜਿਆ। ਸੰਗਤ ਨੇ ਪੁੱਛਗਿੱਛ ਕੀਤੀ, ਸ਼੍ਰੋਮਣੀ ਕਮੇਟੀ ਨੇ ਪੁੱਛਗਿੱਛ ਕੀਤੀ, ਕੁਝ ਨਹੀਂ ਦੱਸਿਆ ਉਹਨੇ। ਹਾਂਜੀ, ਉਸ ਬੰਦੇ ਦਾ ਕੋਈ ਰਿਮਾਂਡ ਨਹੀਂ ਲਿਆ ਜਾਂਦਾ, ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਜਾਂਦੀ, ਉਹਨੂੰ ਉਸੇ ਵੇਲੇ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਜਾਂਦਾ। ਕੀ ਕਾਰਨ? ਇਹ ਬੰਦਾ ਕਿਉਂਕਿ ਸੰਗਤ ਦੇ ਸਬਰ ਦਾ ਜਿਹੜਾ ਨਾ ਉਹ ਛਲਕ ਗਿਆ ਸੀ ਸਬਰ। ਅਤੇ ਜਦੋਂ ਇਸ ਬੰਦੇ ਨੇ ਉਦੋਂ ਵੱਡੀ ਘਟਨਾ ਨਹੀਂ ਹੋ ਸਕਦੀ ਵੀ ਕਾਲਜੇ ਨੂੰ ਹੱਥ ਪਾ ਲਓ। ਤੂੰ ਇੱਕ ਸ਼ਾਇਲਾਕ ਦੀ ਪੜ੍ਹੀ ਹੋਣੀ ਕਿਤੇ ਨਾ ਕਿਤੇ, ਇੱਕ ਸਟੋਰੀ ਆਉਂਦੀ ਨਾ ਇਹਦੇ ਵਿੱਚ। ਇਸ ਤਰ੍ਹਾਂ ਜਦੋਂ ਕੋਈ ਕਿਸੇ ਦੇ ਕਾਲਜੇ ਨੂੰ ਹੱਥ ਪਾਉਂਦਾ ਨਾ, ਉਹਦੇ ਨਾਲ ਫਿਰ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਬਿਲਕੁਲ ਜਿੱਦਾਂ ਭਗਵੰਤ ਸਿੰਘ ਜੀ ਤੁਸੀਂ, ਕਿਉਂਕਿ ਬੇਅਦਬੀਆਂ ਦੀ ਜਿਹੜੀ ਉਹ ਦਾਸਤਾਨ ਇਸ ਮੁਲਕ ਦੇ ਵਿੱਚ ਉਹ ਬਹੁਤ ਲੰਬੀ ਹੈ। ਵਿਸ਼ਵ ਭਰ ਦੇ ਕਿਸੇ ਵੀ ਧਾਰਮਿਕ ਅਸਥਾਨ ਦੇ ਵਿੱਚ ਪਹਿਲਾਂ ਬੇਅਦਬੀਆਂ ਨਹੀਂ ਹੋਈਆਂ, ਜੇ ਹੋਈਆਂ ਨੇ ਤਾਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੀ ਜਿਹੜੀਆਂ ਬੇਅਦਬੀਆਂ ਉਹ ਕੀਤੀਆਂ ਜਾ ਰਹੀਆਂ ਨੇ ਹੁਣ, ਤੇ ਵਿਦੇਸ਼ਾਂ 'ਚ ਵੀ ਯੂਕੇ ਦੇ ਵਿੱਚ ਹੋਈਆਂ ਬੇਅਦਬੀਆਂ। ਔਰ 1986 'ਚ ਨਕੋਦਰ ਕਾਂਡ ਹੁੰਦਾ, ਉਸ ਤੋਂ ਬਾਅਦ ਲਗਾਤਾਰ 84 ਸ੍ਰੀ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਟੈਂਕ ਲੈ ਕੇ ਆਉਣੇ, ਉਹ ਸਭ ਤੋਂ ਵੱਡੀ ਬੇਅਦਬੀ ਹੈ। ਫੌਜੀ ਜਿਹੜੇ ਹੈਗੇ ਉਹ ਜੁੱਤੀਆਂ ਪਾ ਕੇ ਨਸ਼ਾ ਕਰਦੇ ਹੋਏ ਅੰਦਰ ਜਾਣੇ, ਸੰਗਤ ਨੂੰ ਪਰਿਕਰਮਾ ਦੇ ਵਿੱਚ ਪੁੱਠੇ ਬੰਨ ਕੇ ਤਸੀਹੇ ਦੇਣੇ, ਸਭ ਤੋਂ ਵੱਡੀ ਬੇਅਦਬੀ ਹੈ। ਪੁੱਤਾਂ ਨੂੰ ਸ਼ਹੀਦ ਕਰਨਾ ਸਭ ਤੋਂ ਵੱਡੀ ਬੇਅਦਬੀ ਹੈ। ਪਰ ਜਿਹੜੀ ਇਹ ਬੇਅਦਬੀ ਦੀਆਂ ਘਟਨਾਵਾਂ 84 ਤੋਂ ਬਾਅਦ ਲਗਾਤਾਰ ਵਾਪਰ ਰਹੀਆਂ ਨੇ, 2015 'ਚ ਬਾਈਬਲ ਕਲਾਂ ਬਰਗਾੜੀ ਦੇ ਵਿੱਚ ਵਾਪਰੀਆਂ ਹੈਗੀਆਂ ਨੇ, ਸ਼ਰੇਆਮ ਚਿੱਠੀ ਲਾ ਕੇ ਵੰਗਾਰਿਆ ਗਿਆ, ਉਹ ਲਗਾਤਾਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ। ਤਾਂ 4 ਦਿਨ ਪਹਿਲਾਂ ਦਰਬਾਰ ਸਾਹਿਬ 'ਚ 6 ਦਿਨ ਮਾਫ ਕਰਨਾ ਅੱਜ ਹੋ ਗਿਆ, ਗੁਟਕਾ ਸਾਹਿਬ ਦੇ ਜਿਹੜੇ ਉਹ ਅੰਗ ਹੈਗੇ ਆ, ਗੁਟਕਾ ਸਾਹਿਬ ਦੇ ਪੱਤਰੇ ਆ, ਉਹ ਸਰੋਵਰ ਦੇ ਵਿੱਚ ਸੁੱਟੇ ਗਏ ਆ। ਤਾਂ ਸਿਆਲਕਾ ਸਾਹਿਬ ਹੁਣ ਮੇਰਾ ਸਵਾਲ ਇਹ ਆ, ਜਦੋਂ ਬਹੁਤ ਸਾਰਾ ਨੈਸ਼ਨਲ ਮੀਡੀਆ, ਭਾਰਤੀ ਮੀਡੀਆ ਜਿਹੜਾ ਹੈਗਾ ਉਹ ਕਹਿੰਦਾ ਵੀ ਉਹ ਬੰਦਾ ਮਾਰਨਾ ਨਹੀਂ ਸੀਗਾ, ਬਹੁਤ ਸਾਰੇ ਕੁਝ ਸਾਡੇ ਪ੍ਰਚਾਰਕ ਵੀ ਹੈਗੇ ਸੋ ਕਾਲਡੋ ਅਗਾਂਹਵਧੂ ਹੈ, ਉਹ ਕਹਿੰਦੇ ਮਾਰਨਾ ਨਹੀਂ ਸੀ, ਉਹਨੂੰ ਪੁੱਛ ਤੇ ਲੈਂਦੇ ਕਿੰਨੇ ਭੇਜਿਆ ਸੀਗਾ। ਤੇ ਜਿਹੜੇ ਪਹਿਲਾਂ 4-5 ਵੀਡੀਓਜ਼ ਅਸੀਂ ਮੋਬਾਈਲਾਂ 'ਚ ਭਰੀ ਫਿਰਦੇ, ਸਿੰਘੂ ਬਾਰਡਰ ਵਾਲੇ ਸਰਬਜੀਤ ਸਿੰਘ ਹੋਣੀ ਜਿਨ੍ਹਾਂ ਨੇ ਉਸ ਜਿਹੜਾ ਨਾਮ ਸੀ ਲਖਵੀਰ ਸੀ ਸ਼ਾਇਦ, ਉਹਨੂੰ ਸੌਦਾ ਲਾਇਆ ਸੀ, ਉਹਨਾਂ ਨੇ ਤੁਸੀਂ ਕੇਸ ਵੀ ਭੁਗਤ ਰਹੇ ਹੋ, ਤਾਂ ਉਹ ਵੀਡੀਓ ਸੀ ਸਾਹਮਣੇ। ਉਹ ਮੂੰਹੋਂ ਕਹਿੰਦੇ ਸੀ 25 ਬੰਦੇ ਆ, 20 ਬੰਦੇ ਆ, ਇੰਨੇ ਲੱਖ ਰੁਪਈਆ ਮਿਲਿਆ। ਜਿਹੜਾ ਨਿਜ਼ਾਮਪੁਰ ਮਾਰਿਆ ਹੈਗਾ, ਜਿੰਦਾ ਉੱਥੇ ਸੌਦਾ ਲਾਇਆ, ਉਹ ਵੀ ਮੰਨ ਰਿਹਾ ਵੀ ਮੈਨੂੰ ਕਿੰਨੇ ਭੇਜਿਆ। ਔਰ ਇਹ ਉਹ ਵੀਡੀਓਜ਼ ਬੰਦੇ ਬੋਲ ਰਹੇ ਆ। ਤਾਂ ਪੁਲਿਸ ਵੱਲੋਂ ਅਜੇ ਤੱਕ ਵੀ ਸਪਸ਼ਟ ਨਾ ਕਰਨਾ ਵੀ ਕਿਹੜੀ ਏਜੰਸੀ, ਕਿਹੜੀ ਪਾਰਟੀ, ਕਿਹੜਾ ਸਿੱਖ ਵਿਰੋਧੀ ਚਿਹਰਾ, ਕਿਹੜਾ ਪੰਜਾਬ ਦੇ ਸੋਹਣੇ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ। ਇਹ ਸਥਾਨ ਜਿੱਥੇ ਕੋਈ ਮੰਦਬੁੱਧੀ ਕਮਾਲ, ਤੁਸੀਂ ਐਂ ਕਰੋ, ਮੈਨੂੰ ਲੱਗਦਾ ਵੀ ਕੋਈ ਪਾਗਲਖਾਨੇ 'ਚੋਂ ਲਿਆ ਕੇ ਕੋਈ ਪਾਗਲ ਇੱਥੇ ਛੱਡ ਦਿਓ
ਤੇ ਉਹ ਵੀ ਲੰਮਾ ਪੈ ਕੇ ਨਮਸਕਾਰ ਕਰੂਗਾ, ਉਹਨੂੰ ਪਤਾ ਹੈ। ਪਰ ਇਹ ਕੈਸੇ ਪਾਗਲ ਨੇ ਜਿਹੜੇ ਇੱਥੇ ਇੱਕ ਬੇਅਦਬੀਆਂ ਕਰ ਰਹੇ ਨੇ, ਤਾਂ ਸਰਕਾਰ ਦਾ ਏਜੰਸੀਆਂ ਜਿਹੜੀਆਂ ਕਹਿੰਦੀਆਂ ਵੀ ਕੰਧਾਂ ਬੋਲਦੀਆਂ ਸਾਡੇ ਅੱਗੇ, ਵਿਦੇਸ਼ਾਂ 'ਚ ਬੈਠਿਆਂ ਦਾ ਪਤਾ ਲੱਗ ਜਾਂਦਾ ਵੀ ਫਲਾਣਾ ਆਹ ਚੀਜ਼ ਭੇਜ ਰਿਹਾ, ਪਰ ਇਹਨਾਂ ਨੂੰ ਇੱਥੇ ਦੇਸ਼ 'ਚ ਨਹੀਂ ਪਤਾ ਲੱਗਦਾ ਵੀ ਕੌਣ ਬੇਅਦਬੀਆਂ ਕਰਨ ਦੀ ਸਾਜ਼ਿਸ਼ ਰਚ ਰਿਹਾ। ਇਹ ਮੇਬੀ ਇਹਦੇ ਪਿੱਛੇ ਉਹੀ ਸ਼ਕਤੀਆਂ ਹੋਣ ਜੀ, ਜਿਹੜੀਆਂ ਸ਼ਕਤੀਆਂ ਆਂਦੀਆਂ ਨੇ ਕਿ ਅਸੀਂ ਕੰਧਾਂ ਬੁਲਾ ਲੈਂਦੇ ਆ, ਬੁਲਾਉਂਦੇ ਰਹੇ ਕੰਧਾਂ। ਆ ਮਾਲ ਮੰਡੀ ਆ, ਬੀਕੋ ਆ, ਜੁਆਇੰਟ ਇੰਟਰੋਗੇਸ਼ਨ ਸੈਂਟਰ ਆ ਜੰਮੂ ਦਾ, ਇੱਥੇ ਕੰਧਾਂ ਬੁਲਾਉਂਦੇ ਰਹੇ ਹੋ, ਪਰ ਗੁਰਸਿੱਖਾਂ ਨੇ ਉਸ ਸਮੇਂ ਨੂੰ ਸਹਾਰਿਆ। ਤੇ ਇਹ ਜਿਹੜਾ ਨਾ ਜੀ ਇਹ ਬੇਅਦਬੀ ਹੁਣ ਨਹੀਂ ਯਤਨ ਹੋਇਆ ਜੀ, ਇਹ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਬਖਸ਼ਿਸ਼ ਦਾ ਅਸਥਾਨ ਬਣਾਇਆ, ਤੇ ਜਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਇਸ ਅਸਥਾਨ ਨੂੰ ਬਰਦਾਸ਼ਤ ਨਹੀਂ ਕਰਦੀਆਂ, ਉਹ ਜਿਹੜੀਆਂ ਵਾ ਉਹ ਹਮੇਸ਼ਾ ਤੋਂ ਇੱਥੇ ਹਮਲਾਵਰ ਰਹੀਆਂ ਨੇ, ਭਾਵੇਂ ਅਬਦਾਲੀ ਰਿਹਾ, ਭਾਵੇਂ ਮੱਸਾ ਰੰਗੜ ਆਇਆ। ਤੇ ਗੁਰਮਤਿ ਦੀ ਮਰਜ਼ਾਦਾ ਅਨੁਸਾਰ ਹੀ ਹੋਇਆ ਜੀ, ਉਦੋਂ ਵੀ ਸਿੱਖਾਂ ਨੇ, ਗੁਰਸਿੱਖਾਂ ਨੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤੋਂ ਚੱਲ ਕੇ ਆਏ, ਅਸਥਾਨ ਹੈ ਪਰਿਕਰਮਾ ਦੇ ਵਿੱਚ, ਸੀਸ ਤਲੀ ਤੇ ਰੱਖ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਾਓ ਤਾਂ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਬਾਬਾ ਜੀ ਨੇ ਸੀਸ ਵੀ ਤਲੀ ਤੇ ਧਰਿਆ ਤੇ ਆਣ ਕੇ ਭੇਟ ਵੀ ਇੱਥੇ ਕੀਤਾ ਜੀ। ਇਹ ਉਹ ਅਸਥਾਨ ਹੈ ਜਿਹਦੇ ਲਈ ਗੁਰਸਿੱਖ ਸਭ ਕੁਝ ਕੁਰਬਾਨ ਕਰਦਾ। ਸੁਖੇ ਜਿੰਦ ਦੇ ਨਾਲ ਕਿਹੜਾ ਵਿਰੋਧ ਸੀ ਜੀ ਉਹਦਾ, ਵੈਦਿਆ ਦਾ, ਨਾ ਉਹਦਾ ਸੁਖੇ ਦੇ ਘਰ ਤੇ ਹਮਲਾ ਕੀਤਾ, ਨਾ ਉਹਦੇ ਭਰਾਵਾਂ ਨੂੰ, ਪਰਿਵਾਰ ਨੂੰ ਕੋਈ ਉਹਨਾਂ ਜਾ ਕੇ ਉਹਨੂੰ ਸੋਧਿਆ ਹੀ ਨਾ। ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਰ ਸੋਹਣੀ, ਉਹਨਾਂ ਨੂੰ ਤੇ ਇੱਕ ਕਿਸਮ ਦਾ ਰੁਜ਼ਗਾਰ ਸੀ ਨਾ ਉਥੋਂ। ਤੇ ਜੇ ਇੰਦਰਾ ਗਾਂਧੀ ਪੀਐਮ ਦੀ ਸਿਕਿਉਰਿਟੀ ਤੋਂ ਵੱਡੀ ਕਿਹੜੀ ਜਗ੍ਹਾ, ਇੱਥੇ ਕੋਈ ਰੀਡਰ ਲੱਗਾ ਹੋਵੇ ਥਾਣੇਦਾਰ ਨਾਲ, ਤੇ ਉਹਦੇ ਫੋਨ ਦੇ ਕੰਮ ਹੁੰਦੇ ਜੀ, ਉਹ ਤੇ ਪੀਐਮ ਹਾਊਸ ਦੇ ਵਿੱਚ ਹੀ ਸੀਗੇ। ਤੇ ਜਦੋਂ ਇੱਥੇ ਹਮਲਾ ਹੋਇਆ, ਉਹਨਾਂ ਪ੍ਰਵਾਹ ਕੀਤੀ, ਉਹਨਾਂ ਨੂੰ ਪਤਾ ਸਾਡੇ ਟੱਬਰ ਰੁਲ ਜਾਣੇ, ਪਤਾ ਨਾ ਬੀਬੀ ਭਾਈ ਬੇਅੰਤ ਸਿੰਘ ਉਹਨਾਂ ਦੇ ਘਰੋਂ ਬੀਬੀ ਜੀ ਨਾਲ ਕੀ ਵਰਤਿਆ। ਹਾਂਜੀ, ਭਾਈ ਕੇਰ ਸਿੰਘ ਦੇ ਨਾਲ ਕਿਹੜੇ ਤਰੀਕੇ ਨਾਲ ਉਹਨੂੰ ਤੁਸੀਂ ਵੇਖੋ। ਹਿੰਦੁਸਤਾਨੀ ਨਿਜ਼ਾਮ ਦੀ ਗੱਲ ਕਰ ਲਈਏ ਆਪਾਂ, ਭਈ ਇੱਕ ਕੌਨਸਪੀਰੇਸੀ, ਇੱਕ ਕਾਮਨ ਇੰਟੈਂਸ਼ਨ, ਇਹਨੂੰ ਦੋ ਤਰੀਕੇ ਨਾਲ ਜਿਹੜਾ ਡਿਫਾਈਨ ਕੀਤਾ। ਇੱਕ ਹੈਗਾ 34, ਇੱਕ ਹੈਗਾ 120B, ਇਹ ਦੋਵੇਂ ਸੈਕਸ਼ਨ IPC ਦੇ ਨੇ। ਤੇ ਭਾਈ ਕੇਅਰ ਸਿੰਘ ਨੂੰ ਇਨਵੋਲਵ ਕਰਨ ਲਈ ਦੁਨੀਆ ਭਰ ਦੀ ਜਿਹੜੀ ਆ ਨਾ, ਉਹ ਸਾਰੇ ਦਾ ਸਾਰਾ ਉਸ ਫੈਸਲੇ ਦੀ ਜੱਜਮੈਂਟ ਪੜ੍ਹ ਕੇ ਵੇਖੋ ਵੀ ਇਸ ਤਰੀਕੇ ਨਾਲ ਬੰਦਾ ਜਿਹੜਾ ਨਹੀਂ ਉਹਨੂੰ ਇਨਵੋਲਵ ਕੀਤਾ ਜਾ, ਇਸ ਤਰੀਕੇ ਨਾਲ ਇਹਨੂੰ ਅਸੀਂ ਫਾਂਸੀ ਦੇਣੀ ਦੇਣੀ, ਅਦਰਵਾਈਜ਼ ਭਾਈ ਕੇਅਰ ਸਿੰਘ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਹਾਂਜੀ, ਤੇ ਉਹ ਜਿਹੜੀਆਂ ਚੀਜ਼ਾਂ ਨੇ ਨਾ, ਉਹ ਸ਼ਕਤੀਆਂ ਹਮੇਸ਼ਾ ਤੋਂ ਕਰਦੇ ਰਹੀਆਂ। ਮੱਸਾ ਰੰਗੜਿਆ, ਉਹਨੂੰ ਸੋਧਿਆ ਹੀ ਆ ਨਾ ਆਣ ਕੇ, ਕਿੱਥੋਂ ਆਏ ਬੁੱਢਾ ਜੌੜ ਤੋਂ। ਹਾਂਜੀ, ਜਦੋਂ ਅਸੀਂ ਇਸ ਜਗ੍ਹਾ ਦੇ ਉੱਤੇ ਆਉਣੇ ਆ ਪਰਿਕਰਮਾ 'ਚ, ਜਿੱਦਾਂ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਕਥਨ ਹੈ ਵੀ ਇਸ ਪਰਿਕਰਮਾ ਦੇ ਇੱਕ ਜਿਹੜੀ ਇੱਟ ਆ, ਹੁਣ ਪੱਥਰ ਲੱਗ ਗਿਆ, ਸਮਾਂ ਆਊਗਾ ਗਾਂ ਸੋਨਾ ਵੀ ਲੱਗ ਜੂਗਾ, ਗੁਰੂ ਪਾਤਸ਼ਾਹ ਦੀ ਕੌਮ ਇੰਨਾ ਪਿਆਰ ਕਰਦੀ ਇਸ ਸਥਾਨ ਨੂੰ, ਤਾਂ ਉੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ। ਤਾਂ ਜਦੋਂ ਭਾਈ ਸਾਹਿਬ ਅਸੀਂ ਇਹ ਜਿਹੜੀ ਘਟਨਾ ਹੈਗੀ, ਜਿਸ ਦਿਨ ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਜਿਹੜਾ ਇੱਕ ਰੋਹ ਸੀਗਾ ਭਾਈ ਸਾਹਿਬ ਦਾ ਗੁਰੂ ਪ੍ਰਤੀ ਪਿਆਰ, ਸਿੰਘ ਸਾਹਿਬ ਜੀ ਬੜੀ ਕਮਾਲ ਦੀ ਉਹ ਗੱਲ ਹੈ, ਕਿਉਂਕਿ ਗੁਰੂ ਦੀ ਲਿਵ ਕਿਸ ਤਰ੍ਹਾਂ ਦੀ ਹੋਵੇ, ਸਿੱਖ ਦੀ ਗੁਰੂ ਪਾਤਸ਼ਾਹ ਦੇ ਨਾਲ ਬਾਣੀ ਪੜ੍ਹਦੇ ਲਿਵ ਕਿਸ ਤਰ੍ਹਾਂ ਦੀ ਹੋਵੇ। ਪਰ ਇਹ ਵੀ ਗੁਰੂ ਪਾਤਸ਼ਾਹ ਦਾ ਹੁਕਮ ਸੀ ਵੀ ਦੋ ਸਿੱਖ ਜਿਹੜੇ ਆ ਉਹ ਐਕਟਿਵ ਸੀ ਬਿਲਕੁਲ, ਔਰ ਜਿਹੜੇ ਪਹਿਰੇਬਰਦਾਰ ਸੀ ਉਹ ਬੜੇ ਧਿਆਨ ਨਾਲ ਪਿਛਲੇ ਪਾਸੇ ਵੀ ਹੱਥ ਕਰਕੇ ਖਲੋ ਗਿਆ ਵੀ ਕੋਈ ਘਟਨਾ ਨਾ ਵਾਪਰੇ। ਤਾਂ ਉਸ ਤੋਂ ਬਾਅਦ ਜਿਹੜਾ ਉਹਦਾ ਸੌਦਾ ਲੱਗਣਾ ਹੈਗਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਬਹੁਤ ਸਾਰੇ ਕਮਜ਼ੋਰ ਦਿਲ ਸਾਡੇ ਪ੍ਰਚਾਰਕ ਔਰ ਬਹੁਤ ਸਾਰਾ ਉਹ ਮੀਡੀਆ, ਉਹ ਲੋਕ ਜਿਹੜੇ ਸਿੱਖਾਂ ਤੋਂ ਖਾਰ ਖਾਂਦੇ, ਜਿਹੜੇ ਸਿੱਖ ਇਤਿਹਾਸ ਨੂੰ ਪੜ੍ਹ ਸਕਦੇ, ਜਿੱਦਾਂ ਰਾਤ ਗਿਆਨੀ ਸ਼ੇਰ ਸਿੰਘ ਜੀ ਕਥਾ ਕਰਦੇ ਸੀ ਅਨੰਦਪੁਰ ਸਾਹਿਬ ਤੋਂ, ਜਿਹੜੇ ਕਹਿੰਦੇ ਸੀ ਵੀ ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰ ਦੂ ਕਪੂਣੀ ਪਕੜੀ, ਉਹਨਾਂ ਦੇ ਵਾਰਸ ਜਿਹੜੇ ਉਹ ਕੰਬ ਰਹੇ ਆ ਵੀ ਐਂ ਬੰਦਾ ਮਾਰਤਾ। ਪਰ ਇਹ ਦੇਖੋ ਵੀ ਸਾਡਾ ਇਤਿਹਾਸ ਕੀ ਕਹਿੰਦਾ, ਅਸੀਂ ਬੰਦੇ ਨੂੰ ਮਾਰਦੇ ਕਦੋਂ ਆ, ਸਾਡੀ ਮਜਬੂਰੀ ਕਦੋਂ ਬਣਦੀ ਆ। ਦੋ ਗੱਲਾਂ, ਇੱਕ ਤਾਂ ਕਾਨੂੰਨ ਨੇ ਹੁਣ ਤੱਕ ਜਿਹੜੇ ਪਹਿਲਾਂ 400 ਤੋਂ ਵੱਧ ਬੇਅਦਬੀਆਂ ਹੋਈਆਂ ਉੱਥੇ ਕੁਛ ਨਾ ਕੀਤਾ ਕਿ ਇਹ ਤਾਂ ਹੋਇਆ, ਔਰ ਦੂਸਰੇ ਪਾਸੇ ਵੀ ਗੁਰੂ ਦੇ ਸਿੱਖ ਦਾ ਪਿਆਰ ਗੁਰੂ ਵਾਸਤੇ ਕਿੰਨਾ ਵੀ ਉਹ ਉਹਦੇ ਵਾਸਤੇ ਆਪਦੀ ਜਾਨ ਦੇ ਵੀ ਸਕਦਾ, ਸਮਰਪਣ ਭਾਵਨਾ ਕਿੰਨੀ ਕਮਾਲ ਦੀ ਹੈ, ਔਰ ਕਿੱਡੀ ਵੱਡੀ ਇਹ ਉਦਾਹਰਨ ਅੱਜ ਇਹ ਸਾਹਮਣੇ ਆਈ ਹੈਗੀ ਹੈ। ਵੇਖੋ ਗੁਰੂ ਸਾਹਿਬ ਨਾਲ ਲਿਵ ਜਿਹੜੀ ਹੈ ਨਾ, ਸਿੰਘ ਸਾਹਿਬ ਦੀ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਰੱਖੀ। ਲਿਵ ਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਚਰਖੜੀਆਂ ਉਹ ਆਪਣਾ ਆ ਰਹੇ ਨੇ, ਚੀਰੇ ਜਾ ਰਹੇ ਨੇ, ਤਾਂ ਵੀ ਮੁੱਖੋਂ ਜਪਜੀ ਸਾਹਿਬ ਉਚਾਰ ਰਹੇ ਨੇ, ਅਬਾਲੇ ਜਾ ਰਹੇ ਨੇ, ਉਹਨਾਂ ਨੂੰ ਰੂੰ ਲਪੇਟ ਕੇ ਭਾਈ ਮਨੀ ਸਿੰਘ ਜੀ ਬੰਦ ਕੱਟਿਆ ਜਾ ਰਿਹਾ, ਲਿਵ 'ਚ ਨੇ, ਪੋਟੇ ਬੋਲਦੇ ਨੇ, ਜਪਜੀ ਸਾਹਿਬ ਦੀ ਆਵਾਜ਼ ਪੋਟਿਆਂ 'ਚ ਆ ਰਹੀ। ਸਿੰਘ ਸਾਹਿਬ ਜੀ 'ਤੇ ਵੀ ਉਹ ਬਖਸ਼ਿਸ਼ ਵਰਤੀ ਗੁਰੂ ਸਾਹਿਬ ਜੀ ਦੀ। ਰਹੀ ਜਿਹੜੀ ਆ ਗੱਲ ਆ ਨਾ ਆ ਪ੍ਰਚਾਰਕਾਂ ਦੀ, ਇਹ ਪ੍ਰਚਾਰਕਾਂ ਦਾ ਕੰਮ ਆ ਜੀ, ਇਹਨਾਂ ਨੂੰ ਟੁੱਕ ਸੁੱਟਿਆ ਜਾਂਦਾ।
ਤੁਹਾਨੂੰ ਜਾਪਦਾ ਵੀ ਜਿਹੜੇ ਬੇਅਦਬੀਆਂ ਕਰਵਾਉਣ ਵਾਲੇ ਜਾਂ ਕਰਨ ਵਾਲੇ ਕਿ ਸਿੱਧੇ ਤੌਰ ਦੇ ਉੱਤੇ ਇਸ ਜਿਹੜੀ ਸੋਧਾ ਲਾਉਣ ਦੀ ਘਟਨਾ ਦੇ ਖਿਲਾਫ ਭੁਗਤਣਾ, ਬੇਅਦਬੀ ਕਰਨ ਵਾਲੇ ਦੇ ਹੱਕ 'ਚ ਭੁਗਤਣਾ ਹੀ ਹੈ। ਜਿਹਨੂੰ ਰੱਖ ਲੈਂਦੇ ਤਾਂ ਪਹਿਲਾਂ ਰੱਖੇ 400 ਬੰਦੇ 2 ਮਹੀਨੇ ਲਾ ਕੇ, ਉਹ ਬਾਅਦ 'ਚ ਕਹਿੰਦੇ ਜੀ ਮਾਨਸਿਕ ਰੋਗੀ ਆ, ਦੌਰੇ ਪੈਂਦੇ ਆ, 295 ਇਹਦਾ ਕਿਹੜਾ ਵੱਧ ਤੋਂ ਵੱਧ 90 ਦਿਨ ਬੰਦਾ ਅੰਦਰ ਰਹਿੰਦਾ, ਬਾਹਰ ਆ ਜਾਂਦਾ। ਵੇਖੋ ਇਹ ਜਿਹੜੇ ਪ੍ਰਚਾਰਕ ਨੇ ਨਾ, ਇਹ ਸਾਡੇ ਵਿੱਚੋਂ ਸਾਡੇ ਚਿਹਰੇ ਮੋਹਰੇ ਵਾਲੇ, ਸਹੀ ਸਾਡੇ ਹੀ ਤਰੀਕੇ ਨਾਲ ਪ੍ਰਚਾਰ ਕਰਨ ਵਾਲੇ ਉਹ ਲੋਕ ਨੇ ਜਿਨ੍ਹਾਂ ਦਾ ਮਾਨਸਿਕ ਤਵਾਜ਼ਨ ਕਮਜ਼ੋਰ ਆ, ਜਿਨ੍ਹਾਂ ਨੂੰ ਸਿਰਫ ਆਪਣੀ ਟੁੱਕ ਨਾਲ ਵਾਸਤਾ। ਪਰ ਸਿੱਖ ਤੇ ਟੁੱਕ ਨਾਲ ਵਾਸਤਾ ਨਹੀਂ ਰੱਖਦਾ। ਭਾਈ ਸ਼ਬੇਗ ਸਿੰਘ ਆ, ਭਾਈ ਸ਼ਹਬਾਜ਼ ਸਿੰਘ ਆ। ਭਾਈ ਸ਼ਬੇਗ ਸਿੰਘ ਆਪਣਾ ਲਾਹੌਰ ਦਰਬਾਰ ਦੇ ਸਰਕਾਰੀ ਠੇਕੇਦਾਰ ਸਨ, ਸ਼ਹਾਦਤ ਪ੍ਰਾਪਤ ਕੀਤੀ। ਸ਼ਹਬਾਜ਼ ਤੋਂ ਡੋਲਣ ਲੱਗਾ, ਪੈਰ ਦੀ ਮਿੱਟੀ ਉਹਦੇ ਲਾਈ ਆ ਮਸਤਕ ਨੂੰ, ਤੇ ਪਹਿਲਾਂ ਉਹਨੂੰ ਚਰਖੜੀ ਤੇ ਚਾੜਿਆ। ਨੌਜਵਾਨ ਸੀ, ਹੱਸ ਕੇ ਸ਼ਹੀਦੀ ਪ੍ਰਾਪਤ ਕੀਤੀ। ਇਹੋ ਜਿਹੇ ਲੋਕ ਨੇ ਨਾ, ਇਹਨਾਂ ਦੀ ਕਿਹੜੀ ਗੱਲ ਹੈ ਜੀ। ਇਹ ਕੋਈ ਕੌਮੀ ਤਰਜਮਾਨੀ ਨਹੀਂ ਕਰਦੇ। ਰਹੀ ਗੱਲ ਜਿਵੇਂ ਤੁਸੀਂ ਆਖਿਆ ਵੀ ਉਹਨਾਂ ਦੇ ਵਾਰਸ ਜਿਹੜੇ ਆ ਨਾ, ਉਹ ਸਾਰੇ ਨਹੀਂ। ਤੁਸੀਂ ਇਤਿਹਾਸ ਪੜ੍ਹ ਕੇ ਵੇਖਿਓ, 1708 'ਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਜਾਂਦਾ ਜੀ, ਤੇ 1700 ਲਗਭਗ ਆਣ ਕੇ 88 'ਚ ਸਿੱਖ ਰਾਜ ਭਾਗ ਸਥਾਪਿਤ ਕਰ ਜਾਂਦੇ ਆ। ਇਸ ਸਮੇਂ ਦੌਰਾਨ 60,000 ਦੇ ਕਰੀਬ ਸ਼ਹਾਦਤ ਹੁੰਦੀ ਹੈ। ਉਹ ਸਿੱਖਾਂ ਦੇ ਘਰ ਜੰਮ ਕੇ ਵੱਡੇ ਨਹੀਂ ਹੋਏ, ਉਹ ਸਮਾਜ ਦੇ ਉਸ ਵੇਲੇ ਦੇ ਹਕਮ ਵਰਗ ਵੱਲੋਂ ਸਤਾਏ ਲੋਕ ਜਿਹੜੇ ਉਹ ਆਣ ਕੇ ਗੁਰਸਿੱਖ ਸੱਜ ਰਹੇ ਸਨ। ਹਾਂਜੀ, ਤੇ ਉਹ ਵੱਡਾ ਹਿੱਸਾ ਕੁਝ ਚੰਦ ਲੋਕ ਨੇ ਜਿਹੜੇ ਅਜਿਹੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਨੇ। ਉਹਨਾਂ ਦੇ ਕਰਕੇ ਆਪਾਂ ਵੇਖੋ, ਜੇ ਇਤਿਹਾਸ ਦੇ ਵਿੱਚ ਵੇਖਦੇ ਹਾਂ ਆਪਾਂ, ਜਿੱਥੇ ਸੁੱਚਾਨੰਦ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾ ਰਿਹਾ ਭਾਈ ਟੋਡਰ ਮੱਲ ਜੀ, ਆਪਣਾ ਘਰ ਘਾਟ ਹੀ ਸਾਰਾ ਵੇਚ ਕੇ ਲਾਤਾ ਜੀ। ਹਾਂਜੀ, ਇਹ ਬੜੀਆਂ ਉਦਾਹਰਨਾਂ ਨੇ ਜਿਹੜੀਆਂ ਇਤਿਹਾਸ ਦੀਆਂ। ਉੱਥੇ ਹਮੇਸ਼ਾ ਜਿਹੜਾ ਨਾ, ਹੁਣ ਤੁਸੀਂ ਇਹ ਵੇਖ ਲਓ, ਭਾਵੇਂ ਹਰਿਮੰਦਰ ਸਾਹਿਬ ਵੇਖ ਲਓ, ਬੰਗਲਾ ਸਾਹਿਬ ਵੇਖ ਲਓ, ਕਿਸੇ ਵੀ ਗੁਰਸਥਾਨ 'ਤੇ ਜਾ ਕੇ ਵੇਖ ਲਓ, ਅੱਜ ਵੀ ਜਿਹੜਾ ਨਾ ਹਿੰਦੂ ਧਰਮ ਅੱਜ ਵੀ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਅਦਾ ਕਰਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਸਾਰੇ ਸਥਾਨਾਂ 'ਤੇ ਉਨੀ ਸ਼ਰਧਾ ਨਾਲ, ਉਨੀ ਭਾਵਨਾ ਨਾਲ ਆਣ ਕੇ ਕਰਦੇ। ਇੱਥੇ ਹਰਿਮੰਦਰ ਸਾਹਿਬ ਵੀ ਰਾਤ ਦੀ ਸੇਵਾ ਦੇ ਵਿੱਚ ਆਉਂਦੇ ਆ ਜੀ। ਉਹ ਜਿਹੜਾ ਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਿਹਨੂੰ ਆਪਾਂ ਕਹਿੰਦੇ ਨਾ ਗੁਲਦਸਤਾ, ਉਹ ਚੀਜ਼ ਆ। ਬਾਕੀ ਵਿੱਚੋਂ ਜਿਹੜਾ ਨਾ ਜੀ ਕਮਾਦਾਂ 'ਚੋਂ ਕਾਂਗਿਆਰੀਆਂ ਨਿਕਲੀਆਂ ਆਉਂਦੀਆਂ, ਕੋਈ ਗੱਲ ਨਹੀਂ ਗੀ। ਇਹ ਜੇ ਉਧਰੋਂ 2-4 ਬੰਦੇ ਜਏ ਹੋਣਗੇ ਤੇ ਸਾਡੇ ਆਪਣੇ ਵੀ ਤੇ ਆ ਢੱਡਰੀਆਂ ਵਾਲਾ, ਆ ਦੂਸਰੇ ਨੇਕੀ ਹੋ ਗਿਆ, ਇੱਕ ਹੋਰ ਕੋਈ ਚਵਲ ਉੱਥੋਂ ਅਮਰੀਕਾ ਤੋਂ ਕਰ ਰਿਹਾ ਜੀ। ਇਹ ਕੁਝ ਤੇ ਮਿੱਥ ਕੇ ਕਰ ਰਹੇ ਨੇ, ਕੁਝ ਚੌੜ 'ਚ ਕਰਦੇ ਨੇ, ਕੁਝ ਆਪਣੇ ਆਪ ਨੂੰ ਬੜੇ ਅਗਾਂਹ ਵਧੂ ਦੱਸਣ ਦੀ ਕਰਦੇ ਨੇ। ਉਹਨਾਂ ਨੂੰ ਗੁਰਮਤ ਦਾ ਪਤਾ ਹੀ ਨਹੀਂ। ਗੁਰੂ ਦੇ ਜੇ ਉਹ ਆਂਦੇ ਜੀ ਇਸ ਤਰ੍ਹਾਂ ਹੋ ਨਹੀਂ ਸਕਦਾ, ਤਰਕ ਨਾਲ ਗੱਲ ਕਰਦੇ ਆ। ਫਿਰ ਤਰਕ ਦੀ ਗੱਲ ਹੈ ਤੇ ਫਿਰ ਬਾਬਾ ਬਿਧੀ ਚੰਦ ਜੀ ਭੱਠ 'ਚ ਬੈਠੇ ਨੇ, ਅੱਜ ਵੀ ਗੁਰਦੁਆਰਾ ਸਾਹਿਬ ਸ਼ੋਭਿਤ ਨੇ। ਉਹ ਇਤਿਹਾਸ ਨਹੀਂ ਸਾਡਾ। ਗੁਰੂ ਸਿੱਖ ਨੂੰ ਪਿਆਰ ਕਰਦੇ, ਪਰ ਸਿੱਖ ਵੀ ਜਿਹੜਾ ਗੁਰੂ ਪਾਤਸ਼ਾਹ ਵੀ ਸਿੱਖਾਂ ਦੀ ਲਾਜ ਰੱਖਦੇ। ਸ਼ਰਧਾ ਤੇ ਫਿਰ ਗੁਰੂ ਸਾਹਿਬ ਉੱਥੇ ਬਾਲਟੀਆਂ ਪਾਉਂਦੇ, ਤਲਵੰਡੀ ਭਾਈ ਆਪਣੇ ਸਰੀਰ ਦੇ ਉੱਤੇ, ਬਾਬਾ ਜੀ ਭੱਠ 'ਚ ਬੈਠੇ ਨੇ। ਗੁਰੂ ਸਾਹਿਬ ਬਾਬਾ ਬਿਧੀ ਚੰਦ ਜੀ ਘੋੜੇ ਲੈ ਕੇ ਰਾਵੀ 'ਚ ਛਾਲਾਂ ਮਾਰ ਰਹੇ ਨੇ, ਗੁਰੂ ਸਾਹਿਬ ਲੇਫ ਉੱਤੇ ਲੈ ਰਹੇ ਨੇ ਜੀ। ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਬੈਠੇ ਨੇ, ਤੇ ਉੱਥੇ ਪਹਾੜੀ ਰਾਜਾ, ਉਹ ਆਪਣੇ ਨਾਮ ਵਿਸਰ ਗਿਆ, ਉਹਨਾਂ ਦੇ ਸੁਰਮੁਚੂ ਫੇਰ ਰਿਹਾ ਗਰਮ ਅੱਖਾਂ ਦੇ ਵਿੱਚ, ਤੇ ਉਹਦਾ ਧਿਆਨ ਗੁਰੂ ਸਾਹਿਬ ਦੇ ਚਰਨਾਂ 'ਚ, ਤੇ ਲਹੂ ਜਿਹੜਾ ਗੁਰੂ ਸਾਹਿਬ ਦੇ ਚਰਨਾਂ 'ਚੋਂ ਨਿਕਲ ਰਿਹਾ ਅਨੰਦਪੁਰ ਸਾਹਿਬ ਬੈਠਿਆ, ਉਹਦੀਆਂ ਅੱਖਾਂ ਨੂੰ ਹੋਇਆ ਕੁਝ ਨਹੀਂ। ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਉੱਪਰ ਚੱਲ ਜਾਂਦੀਆਂ ਤਰਕ ਤੋਂ। ਹਾਂਜੀ, ਇਹ ਚੀਜ਼ਾਂ ਜਿਹੜੀਆਂ ਨਾ, ਜਿਸ ਤਰ੍ਹਾਂ ਪਾਤਾਲ ਲੱਖ ਆਗਾਸ ਤੇ ਕੜਾਹ ਪ੍ਰਸ਼ਾਦੀ ਉੱਥੋਂ ਸ਼ੁਰੂ ਹੋਇਆ ਨਾ। ਜਦੋਂ ਉੱਥੇ ਬਗਦਾਦ ਬੈਠਿਆ, ਆਪਣਾ ਉਹਦੇ ਜਿਹੜਾ ਉੱਥੋਂ ਦੇ ਹੈਗੇ ਦਸਤਗੀਰ, ਪੀਰ ਦਸਤਗੀਰ, ਉਹਨੇ ਸ਼ੰਕਾ ਕੀਤੀ, ਤੇ ਗੁਰੂ ਸਾਹਿਬ ਨੇ ਉਹਨੇ ਆਖਿਆ ਜੀ ਸਾਡੇ ਤੇ 7 ਅਸੀਂ ਗਿਣਦੇ ਹਾਂ, ਤੇ ਤੁਸੀਂ ਕਿਵੇਂ ਲੱਖਾਂ ਦੀ ਗਿਣਤੀ ਕਰਦੇ ਜੇ। ਉਹ ਪੀਰ ਜੀ ਦਰਸ਼ਨ ਕਰਾ ਦਿੰਦੇ ਆ। ਤੇ ਪੀਰ ਨੇ ਆਖਿਆ ਜੀ ਬਿਰਧ ਅਵਸਥਾ, ਬੇਟੇ ਨੂੰ ਭੇਜਿਆ, ਤੇ ਗੁਰੂ ਸਾਹਿਬ ਆਖਦੇ ਪਲਕਾਰੇ 'ਚ ਪਤਾ ਨਹੀਂ ਕਿੰਨਾ ਬ੍ਰਹਮੰਡਾਂ 'ਚੋਂ ਉਹਨੂੰ ਜਿਹੜਾ ਉਹ ਪ੍ਰਸ਼ਾਦ ਲੈ ਕੇ ਦਿੱਤਾ। ਉੱਥੇ ਸੰਗਤ ਜਿਹੜੀ ਆ ਉਹ ਕਰ ਰਹੀ ਆ ਜੀ, ਸਤਸੰਗ ਕਰ ਰਹੀ ਆ। ਤੇ ਜਦੋਂ ਆਏ, ਉਹਨੇ ਜੀ ਨਿਸ਼ਾਨੀ ਕੋਈ,
ਫਿਰ ਜਿਹੜਾ ਉਹ ਬਾਟਾ ਉਹਨੂੰ ਆਖਿਆ ਵੀ ਭਾਈ ਲੈ ਲਾ ਨਾਲ ਨਿਸ਼ਾਨੀ ਵਾਸਤੇ, ਔਰ ਕੜਾਹ ਪ੍ਰਸ਼ਾਦ ਉੱਥੇ ਵਰਤਾਇਆ ਸੰਗਤ ਨੂੰ। ਹਾਂਜੀ, ਇਹਨਾਂ ਨੂੰ ਤੁਸੀਂ ਕੀ ਕਹਿ ਸਕਦੇ ਹੋ? ਜੇ ਪ੍ਰਚਾਰਕਾਂ ਦੀ ਕੋਈ ਗੱਲ ਨਹੀਂ ਜੀ, ਇਹੋ ਜਿਹਿਆਂ ਦੀ ਕੋਈ ਗੱਲ ਨਹੀਂ। ਇਹਨਾਂ ਤਾਂ ਬੇਅਦਬੀ ਦੀ ਘਟਨਾ ਕਰਨ ਦੀ ਕੋਸ਼ਿਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੀਤੀ ਗਈ ਹੈ, ਜਿਹੜਾ ਸਿੱਖਾਂ ਦਾ ਦਿਲ ਹੈ। ਪਿਛਲੇ ਦਿਨੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਬਹੁਤ ਕਮਾਲ ਦੀ ਜਿਹੜੀ ਤਕਰੀਰ ਉਹ ਦੁਨੀਆ ਦੇ ਵਿੱਚ ਜਿਹੜੀ ਉਹ ਸੁਣੀ ਜਾ ਰਹੀ ਹੈ, ਵਾਰ-ਵਾਰ ਸੁਣੀ ਜਾ ਰਹੀ ਹੈ। ਜਦੋਂ ਬਹੁਤ ਸਾਰੇ ਕਮਜ਼ੋਰ ਦਿਲ ਲੋਕ, ਬਹੁਤ ਸਾਰਾ ਸਿੱਖ ਵਿਰੋਧੀ ਚਿਹਰੇ ਜਿਹੜੇ ਹੈਗੇ ਕਹਿ ਰਹੇ ਨੇ ਵੇਖੋ ਜੀ ਇਹਨਾਂ ਨੇ ਬੰਦਾ ਮਾਰ ਦਿੱਤਾ ਜੀ, ਲਿੰਚਿੰਗ ਹੋ ਗਈ ਜੀ, ਤਾਂ ਉਦੋਂ ਸਿੰਘ ਸਾਹਿਬ ਜੀ ਨੇ ਜਿਹੜਾ ਸਿੱਖ ਇਤਿਹਾਸ ਦਾ ਜਿਹੜਾ ਕਿ ਉਹ ਬਹੁਤ ਕੀਮਤੀ ਪੱਖਾਂ ਨੂੰ, ਬਹੁਤ ਸੁਨਹਿਰੀ ਪੱਖਾਂ ਨੂੰ ਹਵਾਲਾ ਦੇ ਕੇ ਕਿਹਾ ਵੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਸਿੱਖਾਂ ਦਾ ਦਿਲ ਆ, ਕੋਈ ਦਿਲ ਤੇ ਪੈਰ ਰੱਖਣ ਦੀ ਕੋਸ਼ਿਸ਼ ਕਰੇਗਾ ਤਾਂ ਜਿਉਣ ਦੀ ਜਿਹੜੀ ਆਸ ਆ ਉਹ ਛੱਡ ਕੇ ਆਵੇ, ਚਾਹੇ ਉਹ ਅਬਦਾਲੀ ਸੀ, ਚਾਹੇ ਉਹ ਇੰਦਰਾ ਸੀ, ਔਰ ਚਾਹੇ ਜਿਹੜਾ ਇਸ ਵਕਤ ਤੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲਾ ਗੁਰੂ ਦੋਖੀ ਸੀ। ਤਾਂ ਜੀ ਜੇ ਗੁਰੂ ਦੋਖੀਆਂ ਦੀ ਕੋਈ ਗੱਲ ਨਹੀਂ ਜੀ, ਇਹਨਾਂ ਨੇ ਇਹੋ ਜਿਹੀਆਂ ਗੱਲਾਂ ਕਰੀ ਜਾਣੀਆਂ। ਮੈਨੂੰ ਇਹ ਦੱਸੋ, ਆਹ ਲਿੰਚਿੰਗ ਲਫ਼ਜ਼ ਜਿਹੜਾ ਨਾ, ਇਹ ਸਿੱਖਾਂ ਵਾਸਤੇ ਨਹੀਂ ਯੂਜ਼ ਕੀਤਾ ਜਾ ਸਕਦਾ, ਕਿਉਂਕਿ ਸਭ ਤੋਂ ਦਿਆਲੂ ਧਰਮ ਆ। ਪਰ ਕੁਝ ਹਿੱਸਾ ਮੀਡੀਏ ਦਾ, ਕੁਝ ਅਜਿਹੇ ਮੈਂ ਚਵਲ ਕਹੂੰਗਾ ਇਹੋ ਜਿਹੇ ਸਰਗਰਮ ਹੋਏ ਨੇ ਜਿਹੜਾ ਇਸ ਦਿਆਲੂ ਧਰਮ ਨੂੰ ਇੱਕ ਦੂਸਰੇ ਅੱਖ ਤੋਂ ਵੇਖਦੇ ਨੇ। ਹੁਣ ਮੈਨੂੰ ਇਹ ਦੱਸੋ, ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ ਤੇ ਚੰਦੂ ਨੂੰ ਕਿੱਥੋਂ ਲਿਆਂਦਾ ਜੀ? ਚੰਦੂ ਨੂੰ ਨੱਕ 'ਚ ਨਕੇਲ ਪਾ ਕੇ ਲਿਆਂਦਾ ਤੇ ਉਹਨੂੰ ਫਿਰ ਆਪਣਾ ਗੁਰ ਇਤਿਹਾਸ ਨਹੀਂ, ਉਹਨੂੰ ਸਜ਼ਾ ਦਿੱਤੀ ਉਹਦੀ। ਜੇ ਮੱਸਾ ਰੰਗੜ ਆਇਆ ਉਹਦੀ ਸਜ਼ਾ ਦਿੱਤੀ ਜੀ। ਹਾਂਜੀ, ਇਸੇ ਤਰ੍ਹਾਂ ਆਪਣਾ ਮਸੰਦਾ ਨੂੰ ਕੜਾਹੇ 'ਚ ਪਾਇਆ। ਫਿਰ ਤੁਸੀਂ ਗੁਰਸਿੱਖ ਦੀ ਸਮਰੱਥਾ ਕਿੰਨੀ ਆ, ਤਾਕਤ ਕਿੰਨੀ ਆ। ਭਾਈ ਤਾਰੂ ਸਿੰਘ ਨੂੰ ਜਦੋਂ ਉਹਨੇ ਕਮੈਂਟ ਕੀਤਾ ਤੇ ਉਹਨੇ ਆਖਿਆ ਵੀ ਤੈਨੂੰ ਮੈਂ ਅੱਗੇ ਲਾ ਕੇ ਖੜੂੰਗਾ, ਤੇ ਭਾਈ ਸਾਹਿਬ ਜੀ ਦੇ ਤੇ ਖੋਪਰ ਉਤਾਰ ਦਿੱਤਾ। ਪਰ ਉਹਨੂੰ ਫਿਰ ਜੋੜੇ ਦੇ ਉਹਦੇ ਸਿਰ 'ਚ ਜੋੜਾ ਮਾਰਦੇ ਭਾਈ ਸਾਹਿਬ ਦਾ। ਕਿੰਨਾ ਦਿਆਲੂ ਆ। ਜਦੋਂ ਉਥੋਂ ਉਹਨਾਂ ਆਖਿਆ ਜੀ, ਉਹਨੂੰ ਬੜਾ ਤੰਗ ਆ, ਉਹਨਾਂ ਆਖਿਆ ਵੀ ਭਾਈ ਸਾਹਿਬ ਦਾ ਜੋੜਾ ਉਹਦੇ ਸਿਰ ਨੂੰ ਛਹਾਓ। ਤੇ ਜਦੋਂ ਉਹਨੂੰ ਛਹਾਉਂਦੇ ਤੇ ਉਹ ਥੋੜਾ ਪਿਸ਼ਾਬ ਹੁੰਦਾ, ਜਦੋਂ ਜ਼ੋਰ ਨਾਲ ਘਸਾਉਂਦੇ ਸੀ ਉਹ ਫਿਰ ਉਹ ਆਂਦਾ ਮੇਰੇ ਸਿਰ 'ਚ ਜ਼ੋਰ ਨਾ ਮਾਰੋ, ਆਪ ਆਪਣੇ ਸਿਰ 'ਚ ਮਰਵਾਉਂਦਾ ਰਿਹਾ। 21 ਦਿਨ ਭਾਈ ਸਾਹਿਬ ਦਾ ਜੋੜਾ ਸਿਰ 'ਚ ਮਰਵਾ ਕੇ ਉਹ ਚੱਲ ਵਸਿਆ ਤੇ ਮਗਰ ਭਾਈ ਸਾਹਿਬ ਫਿਰ ਫਤਿਹ ਬੁਲਾ ਕੇ ਗਏ ਜੀ। ਇਸ ਤਰ੍ਹਾਂ ਗੁਰਸਿੱਖ ਜਦੋਂ ਕੋਈ ਬਚਨ ਮੂੰਹ ਕੱਢਦੇ ਨੇ ਨਾ ਗੁਰੂ ਨਾਲ ਜੁੜ ਕੇ, ਅੱਜ ਦਾ ਮੁੱਖ ਵਾਕਿਆ, ਆਪਨ ਛੂਟਣ ਕੋ ਯਤਨ ਕਰੋ ਤੁਮ, ਹਮ ਛੂਟੇ ਤੁਮ ਅਰਾਧੇ। ਜਦੋਂ ਗੁਰਸਿੱਖ ਇਹ ਭਗਤ ਰਵਿਦਾਸ ਜੀ ਦਾ ਮੁੱਖ ਵਾਕਿਆ ਅੱਜ ਦਾ, ਤੇ ਜਦੋਂ ਅਕਾਲ ਪੁਰਖ ਪਰਮੇਸ਼ਰ ਨਾਲ ਜੁੜ ਜਾਂਦਾ ਨਾ ਜੀ, ਉਦੋਂ ਫਿਰ ਸਾਰੀਆਂ ਚੀਜ਼ਾਂ ਬਹੁਤ ਹੇਠਾਂ ਰਹਿ ਜਾਂਦੀਆਂ ਨੇ। ਵੀ ਗੱਲਾਂ ਆ ਜਿਹੜਾ ਆ ਹੋ ਰਿਹਾ, ਇਹਦੇ ਸੰਬੰਧ ਵਿੱਚ ਜਿਹੜਾ ਕਾਨੂੰਨੀ ਜਿਹੜੀ ਆ ਨਾ ਨਰਮੀ, ਮੈਂ ਸਮਝਦਾ ਉਹ ਜ਼ਿੰਮੇਵਾਰ ਹੈ। ਵੇਖੋ ਗੁਰੂ ਸਾਹਿਬ ਨਿਰਵੈਰ ਨੇ। ਮੂਲ ਮੰਤਰ ਦੇ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਪਰਮੇਸ਼ਰ ਨੂੰ ਕਿਵੇਂ ਪਰਿਭਾਸ਼ਿਤ ਕੀਤਾ? ਨਿਰਵੈਰ ਕਹਿ ਕੇ। ਤੇ ਨਿਰਵੈਰ ਨਾਲ ਨਿਰਵੈਰੇ ਨਾਲ ਨਿਰਵੈਰੇ ਸੰਗ ਵੈਰ ਕਮਾਵੇ, ਹਰ ਦਰਗੇ ਉਹ ਹਾਰੇ। ਮੈਂ ਪੰਕਤੀ ਭੁੱਲਦਾ ਨਾ ਹੋਵਾਂ, ਇਹਦਾ ਜਿਹੜਾ ਭਾਵਨਾ ਪੰਕਤੀ ਦੀ ਹੋਈ, ਹਰ ਦਰਗੇ ਉਹ ਹਾਰੇ। ਤੇ ਜਦੋਂ ਕੋਈ ਨਿਰਵੈਰ, ਹੁਣ ਗੁਰੂ ਸਾਹਿਬ ਸਤਿਗੁਰ ਸਭਨਾਂ ਦਾ ਭਲਾ ਮਨਾ ਜਾਂਦਾ ਤੇ ਇਸ ਦਾ ਬੁਰਾ ਕਿਉਂ ਹੋਏ? ਇਹ ਜਿਹੜੀਆਂ ਚੀਜ਼ਾਂ ਜਦੋਂ ਕੋਈ ਅਜਿਹੀ ਗੱਲ ਵਾਪਰੂਗੀ ਤੇ ਕਾਨੂੰਨੀ ਤੌਰ ਤੇ ਮੈਂ ਸਮਝਦਾ ਵੀ ਬਾਕੀ ਚੀਜ਼ਾਂ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਆਪ ਗੁਰੂ ਦਾ ਦਰਜਾ ਦੇ ਕੇ ਗਏ ਨੇ, ਸਰਬੰਸ ਸਾਰਾ ਵਾਰ ਕੇ ਗਏ ਨੇ। ਤੁਸੀਂ ਯਾਦ ਹੋਊਗਾ ਪਿਛਲੇ ਦਿਨੀ ਕੋ ਰਾਣੇ ਸੋਢੀ ਵੱਲੋਂ ਕਹਿਤਾ ਜੀ ਗੁਰੂ ਅੰਸ ਆ, ਕਹਿ ਦਿੱਤਾ, ਸ਼ਾਇਦ ਚੰਨੀ ਨੇ ਕਹਿਤਾ ਮੁੱਖ ਮੰਤਰੀ ਨੇ। ਤੇ ਫਿਰ ਆਪਾਂ ਕੀ ਆਖਾਂਗੇ ਸਰਬੰਸ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਵਾਰਤਾ? ਉਹ ਤੇ ਪਿੱਛੇ ਹੀ ਰਹਿ ਗਿਆ ਨਾ ਜੀ, ਪ੍ਰਿਥੀ ਚੰਦ ਦੇ ਪਿੱਛੇ ਹੀ ਰਹਿ ਗਿਆ। ਗੁਰੂ ਸਾਹਿਬ ਦੀ ਅੰਸ ਫਿਰ ਜਿਹੜੀ ਆ ਨਾ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਬੀਬੀ ਵੀਰੋ ਜੀ, ਉਹਨਾਂ ਦੇ ਬੇਟੇ ਭਾਈ ਬਜੀਤ ਮਲ ਜੀ, ਭਾਈ ਸੰਗੋ ਸ਼ਾਹ ਜੀ, ਉਹ ਭੰਗਾਣੀ ਦੇ ਜੋ ਸ਼ਹੀਦ ਹੋਏ। 27 ਜੀ ਗੁਰੂ ਸਾਹਿਬ ਜੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦਿਆਂ ਜਿਹੜੇ ਆ ਉਹ ਜੀਵਨ ਜਿੰਦਾ ਸਨ। ਤੇ ਗੁਰੂ ਸਾਹਿਬ ਜੀ ਆਪਣੇ ਸਰੀਰ ਛੱਡਣ ਤੋਂ, ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਔਰ ਸਾਰੇ ਜਿਹੜੇ ਉਹਨਾਂ ਨੂੰ ਪੂਰਾ ਕਰਕੇ ਤੇ ਪੰਜਾਂ ਪੈਰਾਂ ਨੇ ਕੀਤਾ ਕੌਲ ਵੀ ਤੁਸੀਂ ਤੇ ਸੀਸ ਭੇਟ ਕਰ ਰਹੇ ਜੀ, ਮੈਂ ਸਰਬੰਸ ਭੇਟ ਕਰੂੰਗਾ। ਕਰ ਗਏ ਜੀ। ਗੁਰਸਿੱਖ ਗੁਰੂ ਤੋਂ ਅੱਗੇ ਕੁਛ ਵੀ ਨਹੀਂ ਜੀ। ਗੁਰੂ ਤੋਂ
ਅੱਗੇ ਕੁਝ ਵੀ ਨਹੀਂ ਹੈਗਾ ਔਰ ਬਹੁਤ ਅਸੀਂ ਪਿਆਰ ਦੀਆਂ ਜਿਹੜੀਆਂ ਕਿਉਂਕਿ ਗੱਲ ਹੀ ਸਾਰੀ ਪਿਆਰ ਦੀ ਆ। ਅਸੀਂ ਇਤਿਹਾਸ 'ਚ ਕੋਈ ਆਮ ਬੰਦਾ ਤਾਂ ਕਿਵੇਂ ਬੰਦ ਕਟਵਾ ਸਕਦਾ। ਮਾਫੀ ਚਾਹੁੰਦੇ, ਸਾਡਾ ਮੂੰਹ ਛੋਟਾ। ਇਤਿਹਾਸ ਸੱਚੇ ਪਾਤਸ਼ਾਹ ਦਾ ਬਹੁਤ ਅਗਮ ਅਗਾਧ ਬੋਧਿਆ। ਬਾਬਾ ਦੀਪ ਸਿੰਘ ਜੀ, ਜੇ ਅਸੀਂ ਦੁਨਿਆਵੀ ਤੌਰ ਤੇ ਦੇਖੀਏ ਤਾਂ ਕਹਾਂਗੇ ਬਜ਼ੁਰਗ ਗੁਰਸਿੱਖ ਆ, ਪਰ ਨਹੀਂ, ਉਹ ਬਜ਼ੁਰਗ ਨਹੀਂ। ਗੁਰਸਿੱਖ ਬੁੱਢੇ ਕਦੇ ਨਾ ਹੀ। ਸਿਰ ਤਰੀ ਤੇ ਧਰਨ ਵਾਲੇ ਕੋਈ ਆਮ ਨਹੀਂ ਹੁੰਦੇ। ਪੈਗੰਬਰਾਂ ਦੇ ਪੈਗੰਬਰ ਹੁੰਦੇ। ਸੱਚੇ ਪਾਤਸ਼ਾਹ ਦੇ ਜਿਹੜੇ ਪਿਆਰੇ ਹੁੰਦੇ ਆ, ਉਹ ਗੁਰੂ ਨੂੰ ਇੰਨਾ ਪਿਆਰ ਕਰਦੇ ਆ, ਉਹ ਜਾਨ ਦੇ ਵੀ ਦਿੰਦੇ ਆ, ਟੋਟੇ ਕਰ ਵੀ ਦਿੰਦੇ ਆ, ਕਰਵਾ ਵੀ ਲੈਂਦੇ ਆ। ਤਾਂ ਜਿਹੜਾ ਮੈਂ ਇੱਕ ਜ਼ਰੂਰ ਤੁਸੀਂ ਥੋੜੀ ਗੱਲ ਟੱਚ ਵੀ ਕੀਤੀ ਹੈ, ਜਿੱਦਾਂ ਮੰਨ ਲਓ ਹੁਣ ਇਸ ਮੁਲਕ ਦਾ ਕੋਈ ਆਗੂ ਹੈ, ਮੰਤਰੀ ਸੰਤਰੀ ਹੈ ਜੀ, ਉਹਦੇ ਤੇ ਕੋਈ ਹਮਲਾ ਕਰਨ ਦੀ ਕੋਸ਼ਿਸ਼ ਵੀ ਕਰੇ, ਕੋਈ ਵੱਟਾ ਵੀ ਮਾਰੇ ਨਾ, ਕੋਈ ਨਿਆਣਾ ਹੀ ਹਾਸੇ ਨਾਲ ਅੰਡਾ ਹੀ ਮਾਰ ਦੇਵੇ, ਤੇ ਦੁਨੀਆ ਭਰ ਦੀਆਂ ਧਾਰਾਵਾਂ ਜਿਹੜੀਆਂ ਲਾ ਕੇ ਤੇ ਉਹਦਾ ਸਾਰਾ ਬਾਲ ਬੱਚਾ ਜਿਹੜਾ ਜੀ ਟਾਡਾ ਪੋਟਾ ਯੂਪਾ ਲਾ ਕੇ ਉਹਨੂੰ ਤੇ ਪੀੜ ਦੇਣਗੇ। ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਹਾਜ਼ਰ ਨਾਜ਼ਰ ਪਾਤਸ਼ਾਹ ਮੰਨਦੇ ਆ। ਇਹਦੇ ਵਾਸਤੇ ਜਿਹੜੀ ਧਾਰਾ ਹੈਗੀ ਆ ਵੱਧ ਤੋਂ ਵੱਧ 295 ਏ, ਜਿਹੜੀ ਮੈਂ ਤੁਹਾਨੂੰ ਐਂ ਕਹਿੰਦੇ ਆ ਅੱਗ ਵੇਖ ਟੇਢੀ ਬੰਨੀ ਆ, ਇੰਤੇ ਵੀ 295 ਏ ਆ। ਔਰ ਗੁਰੂ ਪਾਤਸ਼ਾਹ ਦੇ ਸਰੂਪ ਨੂੰ ਕੋਈ ਅਗਨ ਭੇਟ ਕਰ ਦੇਵੇ, ਉਹਤੇ ਵੀ 295 ਏ ਆ। ਤਾਂ ਭਾਰਤੀ ਕਾਨੂੰਨ ਦੇ ਵਿੱਚ ਐਡੀ ਢਿੱਲ ਕਿਉਂ ਆ ਇਹ ਸਿੱਖਾਂ ਵਾਸਤੇ? ਕਿਉਂਕਿ ਸਰਕਾਰ ਨੇ ਰਾਤ ਜਿਹੜਾ ਡਿਪਟੀ ਸੀਐਮ ਰੰਧਾਵਾ ਨੇ ਪੱਤਰ ਵੀ ਲਿਖਿਆ ਹੈਗਾ, ਉਦੋਂ ਇਹਨਾਂ ਨੇ 2018 ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਸੀ, ਉਦੋਂ ਬਾਅਦ ਇਹ ਵੀ ਭੁੱਲ ਗਏ ਆ। ਤਾਂ ਉਹਨੂੰ ਤੁਸੀਂ ਕਿਵੇਂ ਲੈਣਗੇ ਕਿ ਕਾਨੂੰਨ 'ਚ ਵੀ ਹੁਣ ਸਖਤੀ ਅਜੇ ਵੀ ਨਾ ਹੋਈ ਤੇ ਫਿਰ ਕਦੋਂ ਹੋਊਗੀ? ਵੇਖੋ, ਜਦੋਂ ਪਿਛਲੀ ਸਰਕਾਰ ਵੇਲੇ ਇਹ ਪ੍ਰੋਵੀਜ਼ਨ ਕੀਤੀ ਗਈ, ਉਦੋਂ ਵੀ ਇਹ ਉਹ ਸਰਕਾਰ ਦਾ, ਉਸ ਅਸੈਂਬਲੀ ਦਾ ਹਿੱਸਾ ਸਨ। ਇਹ ਕਹਿੰਦੇ ਜੀ ਉਦੋਂ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ। ਹੁਣ ਵੀ ਇਹ ਉਸੇ ਅਸੈਂਬਲੀ ਦਾ ਹਿੱਸਾ ਨੇ, ਪ੍ਰਵਾਨ ਨਹੀਂ ਕੀਤਾ ਜੀ। ਜਿਹੜਾ ਸੰਵਿਧਾਨ ਹੈ ਨਾ ਹਿੰਦੁਸਤਾਨ ਦਾ, ਉਹਦੇ ਮੁਤਾਬਕ ਕਾਨੂੰਨ ਬਣਾਉਣ ਦੀ ਇੱਕ ਮਰਜ਼ਾਦਾ। ਜਦੋਂ ਕਾਨੂੰਨ ਪਾਰਲੀਮੈਂਟ 'ਚ ਆਉਂਦਾ, ਐਕਟ ਆਉਂਦਾ, ਬਿੱਲ ਆਉਂਦਾ, ਉਹ ਤੋਂ ਬਾਅਦ ਉਹ ਇਥੋਂ ਪਾਸ ਹੁੰਦਾ ਤੇ ਰਾਜ ਸਭਾ ਜਾਂਦਾ ਜੀ, ਫਿਰ ਉਹ ਰਾਸ਼ਟਰਪਤੀ ਹੋ ਜਾਂਦਾ। ਰਾਸ਼ਟਰਪਤੀ ਉਹਦੇ ਤੇ ਸਮਝਦਾ ਵੀ ਨਹੀਂ ਇਹ ਕਾਨੂੰਨ ਲੋਕ ਹਿੱਤ 'ਚ ਨਹੀਂ, ਤੇ ਉਹ ਆਪਣੀ ਮਨਜ਼ੂਰੀ ਨਹੀਂ ਦਿੰਦਾ, ਵਾਪਸ ਹੋ ਜਾਂਦਾ ਜੀ। ਉਹ ਦੁਬਾਰਾ ਜੇ ਉਹਨੂੰ ਸਰਕਾਰ ਲਿਆਉਂਦੀ ਆ, ਦੁਬਾਰਾ ਉਹ ਪਾਸ ਹੋ ਕੇ ਜਾਂਦਾ, ਰਾਸ਼ਟਰਪਤੀ ਨੂੰ ਉਹਦੀ ਮਨਜ਼ੂਰੀ ਦੇਣੀ ਪੈਂਦੀ ਹੈ। ਜੇ ਇਹਨਾਂ ਨੇ ਯਤਨ ਕੀਤਾ ਉਹ ਨਹੀਂ ਹੋਇਆ ਤਾਂ ਇਹਨਾਂ ਦੁਬਾਰਾ ਕਰ ਲੈਣਾ ਚਾਹੀਦਾ ਜੀ। ਦੁਬਾਰਾ ਕਰਨ 'ਚ ਕੀ ਹਰਜ ਜੀ, ਜਦੋਂ ਇਹ ਪ੍ਰੋਵੀਜ਼ਨ ਹੈਗੀ ਆ। ਤੇ ਮੈਂ ਸਮਝਦਾ ਇਹ 10 ਸਾਲ ਦੀ ਕੈਦ ਕੂਦ ਨਾਲ ਕੋਈ ਮਸਲਾ ਨਹੀਂ ਹੁੰਦਾ ਜੀ। ਮੈਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਨਿਰਵੈਰ ਨੇ ਗੁਰੂ ਸਾਹਿਬ, ਤੇ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਵੀ ਰੇਅਰ ਟੂ ਰੇਅਰੈਸਟ ਉੱਥੇ ਫਾਂਸੀ ਦਿੱਤੀ ਜਾਂਦੀ ਹੈ। ਰੇਅਰੈਸਟ ਮਾਮਲੇ ਕਿਹੜੇ ਨੇ? ਜਿਹੜੇ ਅਤ ਵਿਰਲੇ ਨੇ, ਹਾਂਜੀ, ਅਤ ਵਿਲੱਖਣ ਨੇ। ਉਹਨਾਂ ਮਾਮਲਿਆਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਸਤਿਕਾਰ ਤੇ ਉਹਦੇ ਵਿੱਚ ਆਉਣ ਵਾਲੀ ਢਿੱਲ ਮੱਤ ਜਿਹੜੀ ਹੈ ਨਾ, ਉਹ ਸੰਸਾਰ ਭਰ ਦੇ ਕਿਸੇ ਧਰਮ ਦੇ ਵਿੱਚ ਅਜਿਹਾ ਸਤਿਕਾਰ ਕਿਸੇ ਧਰਮ ਗ੍ਰੰਥ ਨੂੰ ਨਹੀਂ, ਕਿਸੇ ਧਰਮ ਆਗੂ ਨਹੀਂ ਜਿਹੜਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ। ਇਹ ਬਹੁਤ ਵਿਲੱਖਣ ਗੱਲ ਹੈ ਜੀ। ਤੇ ਜਦੋਂ ਅਜਿਹੀ ਵਿਲੱਖਣ ਜਿਹੜੀ ਆ ਗੱਲ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਖੰਡਿਤ ਕਰਨ ਦੀ ਯਤਨ ਕਰਦਾ, ਤੇ ਉਹਦੇ ਵਾਸਤੇ ਵੇਖੋ ਜੀ ਉਹ ਸਜ਼ਾ ਵੀ ਵਿਲੱਖਣ ਹੋਣੀ ਚਾਹੀਦੀ ਆ। ਹਾਂਜੀ, ਉਹਦੇ ਵਿੱਚ ਉਹ ਰੇਅਰੈਸਟ ਜਿਹੜੇ ਉਹ ਪ੍ਰੋਵੀਜ਼ਨ ਲੱਗ ਕੇ ਫਾਂਸੀ ਹੋਣੀ ਚਾਹੀਦੀ। ਇਹ ਜਿਹੜੀ ਹੈ ਫਾਂਸੀ ਦੀ ਸਜ਼ਾ ਇਹਦੇ ਵਿੱਚ ਹੋਣੀ ਚਾਹੀਦੀ ਹੈ। ਤਾਂ ਫਾਂਸੀ ਦੀ ਸਜ਼ਾ ਦੀ ਜਿਹੜੀ ਮੰਗ ਹੈਗੀ ਆ ਉਹ ਭਗਵੰਤ ਸਿੰਘ ਸਿਆਲਕਾ ਸ਼੍ਰੋਮਣੀ ਕਮੇਟੀ ਦੇ ਜਿਹੜੇ ਐਡਵੋਕੇਟ ਨੇ ਨਾਲ ਗੱਲਬਾਤ ਕਰ ਰਹੇ ਆ। ਤਾਂ ਬੀਤੇ ਦਿਨ ਨਵਜੋਤ ਸਿੱਧੂ ਨੇ ਵੀ ਜਿਹੜੀ ਇਹ ਗੱਲ ਕਹੀ ਆ ਵੀ ਫਾਂਸੀ ਉਹਨਾਂ 'ਚ ਹੋਣੀ ਚਾਹੀਦੀ ਆ। ਸਰਕਾਰੀ ਜਿਹੜੇ ਹੈਗੇ ਆ ਉਹ ਚਿਹਰੇ ਵੀ ਕਹਿ ਰਹੇ ਨੇ ਔਰ ਧਾਰਮਿਕ ਚਿਹਰੇ ਵੀ ਕਹਿ ਰਹੇ ਨੇ, ਪਰ ਕੀ ਜਿਹੜੀ ਇਸ ਵਕਤ ਸਰਕਾਰ ਹੈਗੀ ਜਿਹਦੇ ਕੋਲ ਪਾਵਰ ਹੈ ਇਹ ਕੁਛ ਕਰਨ ਦੀ, ਉਹ ਬਿੱਲ ਲੈ ਕੇ ਆਉਣ ਵਾਸਤੇ ਕੁਛ ਕਰੇਗੀ ਜਾਂ ਨਹੀਂ, ਇਹ ਵੀ ਜਿਹੜੀ ਉਡੀਕ ਰਹੇਗੀ। ਔਰ ਪਹਿਲਾਂ ਵਾਲੀਆਂ ਸਰਕਾਰ, ਕਿਉਂਕਿ ਅਸੀਂ ਬਾਈਬਲ ਕਲਾਂ ਦੀ ਗੱਲ ਬਹੁਤ ਜਿਹੜਾ ਉਹ ਸੈਂਸਿਟਿਵ ਕੇਸ ਸੀਗਾ, ਉੱਥੇ ਬਰਗਾੜੀ ਦੇ ਵਿੱਚ ਬੇਅਦਬੀ ਹੋਈ, ਇਨਸਾਫ ਮੰਗਦੇ ਸਿੱਖਾਂ ਦੇ ਉੱਤੇ। ਉਸ ਵਕਤ ਦੀ ਅਕਾਲੀ ਭਾਜਪਾ ਸਰਕਾਰ, ਉਸ ਵਕਤ ਦੀ ਪੁਲਿਸ ਵੱਲੋਂ ਗੋਲੀਆਂ ਮਾਰੀਆਂ ਗਈਆਂ, ਕਈ ਸਿੱਟਾਂ, ਕਈ ਕਮੇਟੀਆਂ ਪਹਿਲਾਂ ਤੋਂ ਲੈ ਕੇ ਬਣੀਆਂ, ਅੱਜ ਤੱਕ ਕਿਸੇ ਵੀ ਗੱਲ ਤਣ ਪੱਤਰ ਨਹੀਂ ਲੱਗੀ। ਉਹ ਅੱਜ ਦੀ ਤਰੀਕ 'ਚ ਵੀ 20 ਦਸੰਬਰ ਅੱਜ, ਔਰ ਉਹ ਜਿਹੜਾ ਹੈਗਾ 21-22 ਦਸੰਬਰ, ਉਹ ਅੱਜ ਵੀ ਜਿਹੜਾ ਬਾਈਬਲ ਕਲਾਂ ਸੜਕ ਦੇ ਉੱਤੇ ਜਿਹੜਾ ਉਹ ਧਰਨੇ ਤੇ ਬੈਠੇ ਹੋਏ ਆ ਉਹ ਸ਼ਹੀਦਾਂ ਸਿੰਘਾਂ ਦੇ ਪਰਿਵਾਰ। ਔਰ ਜਿਹੜੀ ਸਰਕਾਰ ਦੇ ਮੁੱਖ ਮੰਤਰੀ ਚਰਨ ਸਿੰਘ ਚੰਨੀ ਨੂੰ ਟੋਇਆਂ 'ਚ ਡਿੱਗੀਆਂ ਗਾਵਾਂ ਦਿਸ ਰਹੀਆਂ ਨੇ, ਸਿੱਖ ਨਹੀਂ ਬੈਠੇ ਦਿਖਦੇ ਸੜਕਾਂ ਦੇ ਉੱਤੇ ਜਿਹੜੇ ਇਨਸਾਫ ਮੰਗ ਰਹੇ ਨੇ। ਤਾਂ ਭਾਈ ਸਾਹਿਬ, ਇੱਕ ਮੈਂ ਜਾਂਦੇ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਕਿਉਂਕਿ ਬੇਅਦਬੀ ਦੀ ਘਟਨਾ ਵਾਪਰੀ ਹੈਗੀ, ਅਸੀਂ ਪਹਿਲਾਂ ਦਰਬਾਰ ਸਾਹਿਬ ਆਉਂਦੇ ਸੀ, ਹੁਣ ਕਿਉਂਕਿ ਡਰ ਹੈਗਾ ਸਾਡੇ ਮਨ 'ਚ, ਜਦੋਂ ਅਸੀਂ ਘਟਨਾ ਸੁਣੀ ਨਾ, ਚਾਹੇ ਅਸੀਂ ਪੱਤਰਕਾਰੀ ਕਰਦੇ ਹਾਂ, ਰੋਟੀ ਨਹੀਂ ਲੰਗੀ, ਐਂ ਜੀ ਕਰਦਾ ਸੀ ਵੀ ਹੁਣੇ ਹੀ ਜਾਈਏ। ਇਹ ਕੀ ਹੋ ਗਿਆ?
ਅੱਖਾਂ 'ਚ ਰੋਣ ਸੀ ਮਾਤਾਵਾਂ ਦੇ ਬੱਚਿਆਂ ਦੇ, ਜਿਹੜਾ ਕੁਝ ਕਹਿੰਦੇ ਵੀ ਆਹ ਕੁਝ ਹੋ ਗਿਆ ਕਿਵੇਂ ਕਰਤਾ। ਪਰ ਜਿਹੜੀ ਅਸੀਂ ਇੱਕ ਗੱਲ ਸੁਣਦੇ ਹੁੰਦੇ ਸੀ ਨਾ ਇਤਿਹਾਸਕ, ਵੀ ਜਿੰਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ 143 ਦਿਨਾਂ ਤੋਂ ਵੱਧ ਨਹੀਂ ਜੋਇਆ, ਚਾਹੇ ਅਹਿਮਦ ਸ਼ਾਹ ਸੀ, ਚਾਹੇ ਇੰਦਰਾ ਸੀ, ਚਾਹੇ ਮੱਸਾ ਸੀ, ਔਰ ਚਾਹੇ ਇਹ ਵਾਲਾ ਸੀ, 143 ਦਿਨ 143 ਮਿੰਟ ਨਹੀਂ ਜੋਇਆ ਉਹ। ਇਸ ਤਰ੍ਹਾਂ ਸਿੱਖਾਂ ਨੇ ਫਿਰ ਜਿਹੜਾ ਹੈਗਾ ਉਹਨੂੰ ਸੋਧਾ ਲਾਇਆ। ਤਾਂ ਇਸ ਅਗਾਊਂ ਸਮੇਂ ਦੇ ਵਿੱਚ, ਕਿਉਂਕਿ ਜਿਹੜੀ IB ਹੈਗੀ ਆ ਉਹਨੇ ਵੀ ਕੱਲ ਪੰਜਾਬ ਸਰਕਾਰ ਨੂੰ ਅਲਰਟ ਕੀਤਾ ਵੀ ਘਟਨਾਵਾਂ ਵਾਪਰ ਸਕਦੀਆਂ, ਉਹਨਾਂ ਕੋਲ ਕੋਈ ਸੋਰਸ ਹੋਣਗੇ, ਕੁਛ ਨਾ ਕੁਛ ਹੋਏਗਾ। ਤਾਂ ਇਹਨੂੰ ਲੈ ਕੇ ਸਰਕਾਰ ਚਲੋ ਕੀ ਕਰਦੀ ਹੈ ਕੀ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਰਾਬਤਾ ਕਰਨ ਦੀ, ਕਿਸੇ ਅਧਿਕਾਰੀ ਨਾਲ। ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਬੇਅਦਬੀਆਂ ਤੇ ਠੱਲ ਪਾਉਣ ਦੇ ਵਾਸਤੇ ਜਾਂ ਕੋਈ ਅਜਿਹੀ ਅਣਸੁਖਾਵੀ ਘਟਨਾ ਦਰਬਾਰ ਸਾਹਿਬ ਦੇ ਅੰਦਰ ਨਾ ਵਾਪਰ ਸਕੇ, ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਸੀਂ ਕਰ ਰਹੇ ਹੋ? ਵੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਇਸ ਚੀਜ਼ ਲਈ ਜਿਹੜੀ ਸਜਗ ਰਹੀ ਹੈ। ਹੁਣ ਵੀ ਇਸ ਚੀਜ਼ ਨੂੰ ਰੋਕ ਲੈਣਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ, ਮੈਂ ਸਮਝਦਾ ਇਹ ਜਿਹੜੇ ਉਥੇ ਸਾਡੇ ਸਿੰਘ ਬੈਠੇ ਸਨ ਉਹਨਾਂ ਦੀ ਇਹਨੂੰ ਵਿਅਕਤੀ ਨੂੰ ਵੀ 2 ਵਾਰੀ ਜਿਹੜਾ ਉਹਨਾਂ ਨੇ ਇਹਨੂੰ ਚੈੱਕ ਕੀਤਾ, ਇਹਦੀਆਂ ਹਰਕਤਾਂ ਸ਼ੱਕੀ ਸਨ। ਪਰ ਇਹ ਨਾ ਪਹਿਲੀ ਘਟਨਾ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਹਾਂ, ਤੇ ਨਾ ਇਹ ਆਖਰੀ ਘਟਨਾ। ਇਹਦੇ ਤੋਂ ਬਾਅਦਾਂ ਵੀ ਜਿਹੜੀਆਂ ਪੰਥ ਦੋਖੀ ਗੁਰਮਤ ਦੋਖੀ ਸ਼ਕਤੀਆਂ ਉਹ ਯਤਨ ਕਰਦੀਆਂ ਰਹਿਣਗੀਆਂ, ਗੁਰੂ ਕੇ ਸਿੱਖ ਉਹਦੀ ਜਿਹੜੀ ਆ ਰੋਕਥਾਮ ਕਰਦੇ ਰਹਿਣਗੇ। ਤੇ ਇਹਦਾ ਜਿਹੜਾ ਜੇ ਕੋਈ ਵਿਅਕਤੀ ਜਾਂ ਕੋਈ ਜਥੇਬੰਦੀ, ਉਹ ਕੋਈ ਵੀ ਹੋਵੇ, ਜੇ ਕੋਈ ਇਹਦੇ ਵਾਸਤੇ ਹਾਂ ਦਾ ਨਾਰਾ ਮਾਰਦੀ ਹੈ, ਇਹਦੇ ਵਾਸਤੇ ਚੰਗੀ ਗੱਲ ਕਰਦੀ ਆ, ਚੰਗੀ ਗੱਲ ਆ, ਉਹਦਾ ਸਤਿਕਾਰ ਬਣਦਾ, ਸਨਮਾਨ ਦਾ, ਪਰ ਡਰਾਮੇਬਾਜ਼ੀ ਨਹੀਂ ਚਾਹੀਦੀ। ਜੇ ਮੈਂ ਸੁਣਿਆ ਰਾਹੁਲ ਗਾਂਧੀ ਇਹਨੂੰ ਕਹਿ ਰਿਹਾ, ਟਵੀਟ ਕੀਤਾ ਵੀ ਲਿੰਚਿੰਗ 2014 ਤੋਂ ਪਹਿਲਾਂ ਸੁਣਿਆ ਨਹੀਂ ਸੀ, ਭਾਵ ਉਹ ਤੋਂ ਬਾਅਦ ਸੁਣਿਆ। ਇਹਨਾਂ ਦਿਨਾਂ ਦੇ ਵਿੱਚ ਉਹ ਟਵੀਟ ਆਉਣਾ, ਕਿਉਂਕਿ ਮੀਡੀਆ ਜਿਹੜਾ ਬਹੁਤ ਸਾਰਾ ਨੈਸ਼ਨਲ ਉਹ ਇਸ ਜਿਹੜਾ ਸੋਧਾ ਲਾਉਣ ਦੀ ਜਿਹੜੀ ਸਿੱਖਾਂ ਦੀ ਪ੍ਰਕਿਰਿਆ ਉਹਨੂੰ ਲਿੰਚਿੰਗ ਕਹਿ ਕੇ ਨਾਲੇ ਕੰਬ ਰਿਹਾ ਹੈ, ਕਿਉਂਕਿ ਉਹ ਤੇ ਹਮੈਤੀ ਨੇ ਨਾ ਇਸ ਚੀਜ਼ ਦੇ। ਕਿਉਂਕਿ ਜਿਹੜਾ ਬੇਅਦਬੀ ਦੀ ਘਟਨਾ ਵਾਪਰਨ ਸਮੇਂ ਦੋਸ਼ੀ ਦੇ ਹੱਕ 'ਚ ਖਲੋਏਗਾ, ਦੋਖੀ ਦੇ ਹੱਕ 'ਚ ਖਲੋਏਗਾ, ਬਜਾਏ ਕਿ ਇਹ ਜਾਂਚ, ਕਿਉਂਕਿ ਪਹਿਲਾਂ 4-5 ਵੀਡੀਓਜ਼ ਸਾਡੇ ਮੋਬਾਈਲਾਂ 'ਚ ਤੁਰੀਆਂ ਫਿਰਦੀਆਂ, ਬੰਦੇ ਮੰਨਦੇ ਸਾਨੂੰ ਇੰਨੇ ਲੱਖ ਮਿਲਿਆ, ਉਹਨਾਂ ਦੀ ਜਾਂਚ ਦੀ ਗੱਲ ਨਹੀਂ ਕੀਤੀ ਜਾ ਰਹੀ। ਇਹਨਾਂ ਤੇ ਸਭ ਤੋਂ ਵੱਧ ਰੋਣਾ ਪਾਇਆ ਜਾ ਰਿਹਾ। ਵੇਖੋ, ਜਾਂਚ ਕਰਨੀ ਇਹ ਸਰਕਾਰੀ ਏਜੰਸੀਆਂ ਦਾ ਕੰਮ ਆ, ਕਰ ਨਹੀਂ ਰਹੇ। ਗੁਟਕਾ ਸਾਹਿਬ ਵਾਲਾ ਉਹਨਾਂ ਕੋਲ ਹੀ ਆ ਨਾ। ਅੱਜ ਵੀ ਵੇਖੋ, ਜਿਹੜਾ ਦੋਸ਼ੀ ਤਖਤ ਕੇਸਗੜ੍ਹ ਸਾਹਿਬ ਅੱਜ ਜੇਲ੍ਹ 'ਚ ਆ ਨਾ, ਐਸੇ ਕੇਸ 'ਚ ਉਹਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆਉਣ। ਜਿਹੜਾ ਗੁਟਕਾ ਸਾਹਿਬ ਵਾਲਾ ਜੇਲ੍ਹ 'ਚ ਹੀ ਆ ਨਾ, ਲਿਆਉਣ ਪ੍ਰੋਟੈਕਸ਼ਨ ਵਾਰੰਟ ਤੇ। ਜਾਂਚ ਕਿਉਂ ਨਹੀਂ ਕੀਤੀ ਜਾ ਸਕਦੀ? ਕਰਨੀ ਚਾਹੀਦੀ ਆ ਉਹਨਾਂ ਨੂੰ। ਜਿਹੜੀ ਗੱਲ ਹੈਗੀ ਆ ਉਹ ਟਵੀਟ ਦੀ, ਮੈਂ ਵੇਖਿਆ ਤਾਂ ਨਹੀਂ ਟਵੀਟ ਉਹਦਾ, ਬਟ ਵੇਖੋ ਕਿਵੇਂ ਹੋਇਆ ਜੀ। 84 ਦੇ ਵਿੱਚ ਜਦ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਜਿਹੜੀ ਚੀਜ਼ ਹੈ ਉਹਨੂੰ ਕੀ ਕਹੋਗੇ ਤੁਸੀਂ? ਇਹ ਤੇ ਪੁੱਛਗਿੱਛ ਕਰਦੇ ਆ ਸਿੱਖ ਸੰਗਤਾਂ ਨੇ, ਚੂ ਕਰ ਅੱਜ ਹਵਾ ਹੀਲਤੇ ਦਰ ਗੁਜਾਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਨਹੀਂ ਇਨਸਾਫ ਮਿਲਿਆ, ਫਿਰ ਉਹਨਾਂ ਨੇ ਆਪਣਾ ਯਤਨ ਕੀਤਾ ਉਹਦੀ ਪੁੱਛਗਿੱਛ ਕਰਨ ਦਾ। ਉਹ ਗੱਲ ਵੱਖਰੀ ਆ ਵੀ ਉਹ ਉਸ ਵੇਲੇ ਦੀ ਪੁੱਛਗਿੱਛ ਦੇ ਦੌਰਾਨ ਉਹਨੇ ਯਤਨ ਕੀਤਾ ਕੋਈ ਭੱਜਣ ਨੱਠਣ ਦਾ, ਜਾਂ ਜ਼ਖਮਾਂ ਦੀ ਤਾਬ ਚੱਲਦਾ ਹੋਇਆ ਨਾ ਸਰਵਾਈਵ ਨਹੀਂ ਕੀਤਾ। ਪਰ ਇਹ ਤਾਂ ਨਹੀਂ ਨਾ ਵੀ ਉਹਨੂੰ ਸਿੱਧਾ ਮਾਰਤਾ ਜੀ, ਉਹਨੂੰ ਪੁੱਛਗਿੱਛ ਕੀਤੀ ਆ। ਜਿਹੜਾ ਉਹ ਗੁਟਕਾ ਸਾਹਿਬ ਵਾਲਾ ਉਹਨੂੰ ਪੁੱਛਗਿੱਛ ਕੀਤੀ, ਕੁਝ ਨਹੀਂ ਦੱਸਿਆ। ਤਖਤ ਕੇਸਗੜ੍ਹ ਸਾਹਿਬ ਵਾਲੇ ਨੂੰ ਕੁਝ ਨਹੀਂ ਦੱਸਿਆ। ਤੇ ਸਰਕਾਰ ਨੇ ਵੇਖਣਾ ਵੀ ਇਹਨਾਂ ਕੋਲੋਂ ਕਿਸ ਤਰ੍ਹਾਂ ਕਢਾਉਣਾ, ਕੀ ਕਰਨਾ। ਜੇ ਜਿੰਦੇ ਨੂੰ ਉੱਥੇ ਲਾਲ ਕਿਲੇ ਦੇ ਵਿੱਚ ਉਹਨੂੰ ਹੇਠਾਂ ਪਾ ਕੇ ਬਰਫ਼ ਦੀਆਂ ਸਿਲੀਆਂ ਤੇ ਉਹਦੇ ਸਿਰ ਦੇ ਉੱਤੇ ਜਿਹੜਾ ਬਰਫ਼ ਦੀਆਂ ਸਿਲੀਆਂ ਦਾ ਚੋਂਦਾ ਪਾਣੀ ਬੂੰਦੀਆਂ ਪਾਈਆਂ ਜਾ ਰਹੀਆਂ ਹਰਜਿੰਦਰ ਸਿੰਘ ਜਿੰਦਾ ਨੂੰ, ਜਦੋਂ ਗੋਲੀਆਂ ਵੱਜੇ, ਜ਼ਖਮ ਜਿਹੜੇ ਲੱਤ ਦੇ ਵਿੱਚ ਨੇ, ਉਹਦੇ ਵਿੱਚ ਉਂਗਲਾਂ ਪਾ ਕੇ ਉਹਨਾਂ ਨੂੰ ਕਰੇਦਿਆ ਜਾ ਰਿਹਾ। ਇਹ ਕੀ ਗੱਲ? ਇਹ ਕੋਈ ਸਰਕਾਰੀ ਏਜੰਸੀ ਦਾ ਕੰਮ ਹੀ ਇਸ ਤਰ੍ਹਾਂ? ਤੇ ਇਹ ਜਿਹੜੇ ਲੋਕ ਆ, ਇਹਨਾਂ ਨੂੰ ਤੇ ਜਿਸ ਤਰ੍ਹਾਂ ਇਹਨਾਂ ਕੋਲ ਪੁੱਛਿਆ ਜਾਂਦਾ ਉਹਨੇ ਪੁੱਛ ਲੈਣ। ਸਾਡੇ ਲਈ ਪੈਰਾਮੀਟਰ ਹੋਰ ਕਿਉਂ ਨੇ? ਤੇ ਇਹਨਾਂ ਲਈ ਜੁਡੀਸ਼ੀਅਲ ਕਸਟਡੀ ਕਿਉਂ ਆ? ਹਾਂਜੀ, ਇਹ ਜਿਹੜੀਆਂ ਇਹਨਾਂ ਚੀਜ਼ਾਂ ਦਾ ਜਵਾਬ ਦੇਣਾ ਪਊਗਾ। ਸਿੱਖ ਸੰਗਤ ਮੰਗਦੀ ਆ। ਇਹ ਬੰਦੇ ਜਿਹੜੇ ਆ, ਅੱਜ ਆਪਣਾ ਉਥੋਂ ਆ ਰਹੀ ਖਬਰ, ਰਾਜਾ ਸਾਂਸੀ ਇੱਕ ਬੰਦਾ ਜਿਹਾ ਦਾਖਲ ਹੋਇਆ। ਪਰ ਮੈਂ ਸਮਝਦਾ ਵੀ ਅਸੀਂ ਚੌਕਸ ਤੇ ਹੋਈਏ, ਸਮੁੱਚੇ ਰੂਪ ਚ ਸਾਰਾ ਸਿੱਖ ਪੰਥ ਚੌਕਸ ਹੋਵੇ, ਜਿੱਥੇ ਜਿੱਥੇ ਜਿਹਦਾ ਫਰਜ਼ ਬਣਦਾ। ਵੇਖੋ, ਰਾਤ ਨੂੰ ਗੁਰੂ ਘਰਾਂ ਦੇ ਵਿੱਚ ਵਾਰੀ ਨਾਲ ਠੀਕਰੀ ਪਹਿਰੇ ਲਾਏ ਜਾਣ, ਤੇ ਜਿਸ ਤਰ੍ਹਾਂ ਜੇ ਸਰਕਾਰ ਦੀਆਂ ਹਦਾਇਤਾਂ ਤੇ ਠੀਕਰੀ ਪਹਿਰੇ ਲੱਗਦੇ ਨੇ,
ਤੇ ਫਿਰ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਉਹ ਸਮੇਂ ਅਨੁਸਾਰ ਆਪਾਂ ਨੂੰ 2-2 ਘੰਟੇ ਦੀ ਵਾਰੀ ਰੱਖ ਕੇ ਸਾਰਿਆਂ ਨੂੰ ਪਹਿਰੇ ਦੇਣੇ ਚਾਹੀਦੇ ਆ। ਜਿੱਥੇ ਅਜਿਹੇ ਪ੍ਰਬੰਧ ਨਹੀਂ ਹੈਗੇ ਉਹਦੇ ਲਈ ਪ੍ਰਬੰਧ ਕਰਨੇ ਉਥੋਂ ਦੇ ਪ੍ਰਬੰਧਕਾਂ ਦੀ ਜਿੱਥੇ ਜ਼ਿੰਮੇਵਾਰੀ ਆ, ਉੱਥੇ ਇਹ ਘਟਨਾਵਾਂ ਹੋਣ ਹੀ ਨਾ। ਅਜਿਹਾ ਕੋਈ ਅਨਸਰ ਇਹੋ ਜਿਹਾ ਹੌਸਲਾ ਹੀ ਨਾ ਕਰ ਸਕੇ, ਉਹਨੂੰ ਸਨੱਬ ਕਰਨ ਲਈ, ਉਹਨੂੰ ਰੋਕਥਾਮ ਕਰਨ ਲਈ, ਉਹਦੀ ਠੱਲ ਪਾਉਣ ਦੀ ਸਰਕਾਰ ਦੀ ਬੜੀ ਵੱਡੀ ਜ਼ਿੰਮੇਵਾਰੀ ਆ। ਇਹ ਸਰਕਾਰ ਨੂੰ ਨਿਭਾਉਣੀ ਚਾਹੀਦੀ ਆ। ਸਰਕਾਰ ਭਾਵੇਂ ਕੇਂਦਰ ਦੀ ਹੋਵੇ, ਭਾਵੇਂ ਕਿਸੇ ਸੂਬੇ ਦੀ ਹੋਵੇ, ਕਿਉਂਕਿ ਇਕੱਲੇ ਪੰਜਾਬ 'ਚ ਨਹੀਂ, ਬਾਕੀ ਸੂਬਿਆਂ 'ਚ ਵੀ ਇਹ ਘਟਨਾਵਾਂ ਵਾਪਰ ਸਕਦੀਆਂ। ਤੇ ਜੇ ਬਾਹਰਲੇ ਮੁਲਕਾਂ 'ਚ ਜਿਹੀ ਕੋਈ ਘਟਨਾ ਵਾਪਰਦੀ ਹੈ ਤੇ ਉਹਦੇ ਲਈ ਵੀ ਸਾਡੇ ਆਪਣੇ ਪ੍ਰਬੰਧਕਾਂ ਦਾ ਜਿੱਥੇ ਫਰਜ਼ ਬਣਦਾ, ਉੱਥੋਂ ਦੀਆਂ ਸਰਕਾਰਾਂ ਦਾ ਫਰਜ਼ ਬਣਦਾ। ਮੈਂ ਇਸ ਕਰਕੇ ਸਾਰਿਆਂ ਨੂੰ ਜਿਹੜੀ ਬੇਨਤੀ ਕਰਨੀ ਚਾਹੁੰਦਾ ਵੀ ਆਪ ਆਪਣਾ ਫਰਜ਼ ਪਛਾਣੋ, ਸਰਕਾਰਾਂ ਆਪਣਾ ਪਛਾਣਨ ਤੇ ਆਪਾਂ ਆਪਣਾ ਪਛਾਣੀਏ। ਜਿੱਥੇ ਸਰਕਾਰ ਦੀ ਢਿੱਲ ਮੱਠ ਹੋਊਗੀ, ਅਜਿਹੀ ਕੋਈ ਘਟਨਾ ਵਾਪਰੂਗੀ, ਉੱਥੇ ਜਿਹੜਾ ਵਾ ਉਹ ਮੌਕੇ ਅਨੁਸਾਰ ਜੋ ਸਿੱਖ ਸੰਗਤਾਂ ਨੇ ਫੈਸਲਾ ਲੈਣਾ, ਉਹਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਜੀ ਉਹਨੂੰ ਗਲਤ ਨਹੀਂ ਕਿਹਾ ਜਾ ਸਕਦਾ। ਉਹ ਆਉਣ ਵਾਲਾ ਵੇਖੇ ਵੀ ਮੈਂ ਕੀ ਕਰਨ ਚੱਲਿਆ। ਇੰਨੀਆਂ ਬੇਨਤੀ ਕਰਦਾ, ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਗਵੰਤ ਸਿੰਘ ਸਿਆਲਕਾ ਸੀ ਇਸ ਵਕਤ। ਤੇਜਾ ਸਿੰਘ ਸਮੁੰਦਰੀ ਹਾਲ ਜਿਹੜੀ ਇਤਿਹਾਸਕ ਇਮਾਰਤ ਆ, ਉਹ ਇਤਿਹਾਸਕ ਇਮਾਰਤ ਜਦੋਂ 1984 ਦੇ ਵਿੱਚ ਭਾਰਤੀ ਹਕੂਮਤ ਨੇ ਫੌਜਾਂ ਦੇ ਨਾਲ, ਟੈਂਕਾਂ ਦੇ ਨਾਲ ਹਮਲਾ ਕੀਤਾ ਤਾਂ ਇਸ ਇਮਾਰਤ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਉਹ ਹੋਇਆ। ਇੱਥੇ ਹੀ ਜਿਹੜਾ ਕਿ ਉਹ ਫੈਡਰੇਸ਼ਨ ਦਾ ਦਫ਼ਤਰ ਹੁੰਦਾ ਸੀ, ਖਾਲਿਸਤਾਨ ਦਾ ਹੈੱਡ ਦਫ਼ਤਰ ਸੀਗਾ। ਇੱਥੇ ਬਹੁਤ ਸਾਰਾ ਉਹ ਇਤਿਹਾਸਕ ਯਾਦਗਾਰਾਂ ਜਿਹੜੀਆਂ ਸੰਤ ਜੀ ਦੀਆਂ, ਭਾਈ ਅਮਰਸ਼ੀਦ, ਭਾਈ ਅਮਰੀਕ ਸਿੰਘ ਜੀ ਦੀਆਂ, ਬਾਬਾ ਠਾਰਾ ਸਿੰਘ ਜੀ ਦੀਆਂ, ਜਨਰਲ ਸ਼ਾਬੇਗ ਸਿੰਘ ਦੀਆਂ, ਬਾਬਰ ਖਾਲਸਾ ਦੀਆਂ, ਸਾਰੀਆਂ ਯਾਦਗਾਰਾਂ ਵੀ ਇਸੇ ਹੀ ਇਮਾਰਤ ਦੇ ਵਿੱਚ ਰਹੀਆਂ ਨੇ। ਤਾਂ ਅਸੀਂ ਭਗਵੰਤ ਸਿੰਘ ਸਿਆਲਕਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਸਰਕਾਰ ਦਾ ਕੀ ਫਰਜ਼ ਬਣਦਾ ਹੈਗਾ, ਕਾਨੂੰਨੀ ਤੌਰ ਤੇ ਕਿਹੜੀਆਂ ਢਿੱਲਾਂ ਨੇ ਔਰ ਕਿਸ ਤਰ੍ਹਾਂ ਸੁਚੇਤ ਹੋਇਆ ਜਾ ਸਕੇ। ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਵਿਸ਼ਵ ਭਰ ਦੇ ਕੋਨੇ-ਕੋਨੇ ਦੇ ਵਿੱਚੋਂ ਲੋਕ ਆਉਂਦੇ ਆ। ਪੰਜਾਬ ਤੋਂ ਬਾਹਰ ਬਹੁਤ ਸਾਰੇ ਅਜਿਹੇ ਰਾਜ ਜਿਨ੍ਹਾਂ ਨੂੰ ਸਿੱਖ ਰਵਾਇਤਾਂ ਦਾ, ਸਿੱਖ ਸੱਭਿਆਚਾਰ ਦਾ, ਸਿੱਖਾਂ ਦੀ ਮਰਿਆਦਾ ਦਾ ਨਹੀਂ ਪਤਾ। ਅਣਜਾਣੇ ਦੇ ਵਿੱਚ ਅਸੀਂ ਕਈ ਵਾਰ ਦੇਖਦੇ ਹਾਂ ਕਿਤੇ ਕੋਈ ਨੰਗੇ ਸਿਰ ਆ ਗਿਆ, ਕੋਈ ਉੱਥੇ ਪਿੱਠ ਕਰਕੇ ਬੈਠ ਗਿਆ, ਕੋਈ ਉੱਥੇ ਖਾ ਰਿਹਾ ਹੈ, ਕੋਈ ਉੱਥੇ ਜਿੱਦਾਂ ਕੁਝ ਪੈਰ ਕਰਕੇ ਪੈ ਗਿਆ। ਇਸ ਤਰ੍ਹਾਂ ਦੀਆਂ ਇਹ ਹੈਗੀਆਂ ਅਣਜਾਣੇ ਦੇ ਵਿੱਚ ਗਲਤੀਆਂ ਜਿਹਨੂੰ ਨਹੀਂ ਪਤਾ। ਜਿੱਦਾਂ ਦਰਬਾਰ ਸਾਹਿਬ ਦੇ ਅੰਦਰ ਵੀ ਕਈ ਵਾਰ ਉਹ ਕੋਈ ਫੋਟੋ ਕਰਵਾਉਂਦੇ ਆ, ਕਿਉਂਕਿ ਜਿਹੜੇ ਗੈਰ ਸਿੱਖ ਹੈਗੇ ਜਿਹਨਾਂ ਨੂੰ ਨਹੀਂ ਪਤਾ, ਉਹ ਕਈ ਵਾਰੀ ਇਸ ਤਰ੍ਹਾਂ ਬਾਹਰ ਰੱਖ ਕੇ ਫੋਟੋ ਕਰਵਾਉਂਦੇ ਆ। ਜਾਂ ਦਰਬਾਰ ਸਾਹਿਬ ਦੇ ਮੱਥਾ ਟੇਕਣ ਦਾ ਕਈਆਂ ਨੂੰ ਨਹੀਂ ਪਤਾ, ਨੰਗੇ ਸਿਰ ਹੁੰਦੇ ਆ, ਕਈ ਵਾਰ ਕੁਝ ਕੱਪੜੇ ਇਸ ਤਰ੍ਹਾਂ ਦੇ ਹੁੰਦੇ ਆ। ਬਹੁਤ ਸਾਰੀਆਂ ਗੱਲਾਂ ਇਹ ਹੈਗੀਆਂ ਅਣਜਾਣਪੁਣੇ ਦੇ ਵਿੱਚ। ਪਰ ਜਿਹੜੀ ਗਿਣਮਿਤ ਕੇ ਸਾਜ਼ਿਸ਼ ਤਹਿਤ ਬੇਅਦਬੀ ਹੈਗੀ ਹੈ, ਉਹ ਬੰਦਾ ਕਈ ਵਾਰ ਦਰਬਾਰ ਸਾਹਿਬ 'ਚ ਦਾਖਲ ਹੋਇਆ, ਫਿਰ ਉਹ ਬੜੀ ਫੁਰਤੀ ਦੇ ਨਾਲ ਉਹਨੇ ਟਿਕ ਲਾਈ ਹੋਈ ਹੈ ਵੀ ਕਿੱਥੇ ਸ਼੍ਰੀ ਸਾਹਿਬ ਪਈ ਆ, ਇੱਕਦਮ ਉਹ ਛਲਾਂਗਾ ਮਾਰ ਕੇ ਜਿਹੜਾ ਜਾ ਕੇ ਸ਼੍ਰੀ ਸਾਹਿਬ ਨੂੰ ਫੜ ਲੈਂਦਾ। ਔਰ ਜੇ ਕਿਤੇ ਉਹ ਉਸ ਵਕਤ ਦੇ ਜਿਹੜੇ ਅੰਦਰ ਸੇਵਾਦਾਰ ਸੀਗੇ ਉਹ ਕਿਤੇ ਉਹਨੂੰ ਨਾ ਕਾਬੂ ਕਰਦੇ ਤਾਂ ਕਿੱਡਾ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਸੀਗਾ। ਤਾਂ ਵਿਸ਼ਵ ਭਰ ਦੇ ਜਿਹੜਾ ਕਿ ਸਿੱਖ ਭਾਈਚਾਰੇ ਨੂੰ ਔਰ ਬਾਕੀ ਕੌਮਾਂ, ਜਾਤਾਂ, ਧਰਮਾਂ ਦੇ ਵੀ ਭਾਈਚਾਰੇ ਦੇ ਲੋਕਾਂ ਨੂੰ ਅਸੀਂ KTV ਦੇ ਮਾਧਿਅਮ ਤੋਂ ਅਪੀਲ ਕਰਦੇ ਹਾਂ, ਆਪੋ ਆਪਣੇ ਧਾਰਮਿਕ ਅਸਥਾਨਾਂ ਤੇ, ਪਵਿੱਤਰ ਅਸਥਾਨਾਂ ਦੇ ਉੱਤੇ ਪਹਿਰੇਦਾਰੀ ਸ਼ੁਰੂ ਕਰੋ। ਜੋ ਵੀ ਅਨਸਰ, ਜਿਹੜੀਆਂ ਸ਼ਕਤੀਆਂ ਹੈਗੀਆਂ ਉਹ ਪੰਜਾਬ ਦੇ ਸੋਹਣੇ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਉਹਨਾਂ ਤੋਂ ਸੁਚੇਤ ਹੋਇਆ ਜਾਵੇ। ਸਰਕਾਰ ਨੂੰ ਜਿਹੜਾ ਪ੍ਰੈਸ਼ਰਾਈਜ਼ ਕੀਤਾ ਜਾਵੇ ਵੀ ਸਰਕਾਰ ਪਤਾ ਲਾਵੇ, ਇਹਨਾਂ ਦੀਆਂ ਫੋਨ ਰਿਕਾਰਡਿੰਗਾਂ ਕੱਢੇ, ਇਹਨਾਂ ਦੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ ਵੀ ਸਾਨੂੰ ਦਿੱਲੀ ਤੋਂ ਭੇਜਿਆ। ਦਿੱਲੀ ਕਿਹੜੇ ਕਿਤੇ ਪਤਾ ਨਹੀਂ ਕਿੱਥੇ ਆ, ਜਿਹੜੀ ਪਤਾ ਨਹੀਂ ਲੱਗਣੀ। ਚੰਦਰਮਾ ਥੋੜੀ ਦਿੱਲੀ ਵੀ 300-400 ਕਿਲੋਮੀਟਰ ਦੂਰ ਆ ਅੰਮ੍ਰਿਤਸਰ ਤੋਂ। ਤਾਂ ਕਿਉਂ ਨਹੀਂ ਪਤਾ ਲਾਇਆ ਜਾ ਰਿਹਾ? ਜੇ ਲਾਇਆ ਜਾ ਰਿਹਾ ਹੈ ਤਾਂ ਕਿੱਥੋਂ ਤੱਕ ਜਾਂਚ ਪਹੁੰਚੀ ਹੈ? ਕੇਸਗੜ੍ਹ ਸਾਹਿਬ ਬੇਅਦਬੀ ਕਰਨ ਵਾਲਾ ਡੇਰਾ ਸਰਸਾ ਬਲਾਤਕਾਰੀ ਸੌਦਾ ਸਾਦਾ ਚੇਲਾ ਸੀਗਾ, ਕੀ ਨਿਕਲਿਆ, ਕਿੱਥੇ, ਕਿੰਨੇ ਭੇਜਿਆ ਸੀ, ਕਿਸ ਤਰ੍ਹਾਂ ਜਾਂਚ ਕਿੱਥੇ ਪਹੁੰਚੀ ਹੈ? ਬਹੁਤ ਸਾਰੀਆਂ ਘਟਨਾਵਾਂ ਲਗਾਤਾਰ ਘਟੀਆਂ ਨੇ ਜਿਹੜੀਆਂ, ਪਰ ਸਵਾਲ ਜਿਹੜੇ ਆ ਸਮੁੱਚੇ ਉਹ ਸਿਸਟਮ ਦੇ ਉੱਤੇ ਆ, ਪ੍ਰਬੰਧਕੀ ਢਾਂਚੇ ਦੇ ਉੱਤੇ ਆ, ਪੁਲਿਸ ਹਕੂਮਤ ਦੇ ਉੱਤੇ ਆ, ਭਾਰਤੀ ਢਾਂਚੇ ਦੇ ਉੱਤੇ ਆ। ਦੇਖਦੇ ਰਹੋ KTV UK।